नानक साहिब तारे के मूरत जग आयो। बाहे गुरु गुरु नानक साहिब तारे के मूरत है जग आयो। वाहिगुरु जी एहो क्या कुफर भगत है कोई, कहो कुरान किताब ना सोई। एहो क्या कुफर भगत है कोई, कहो कुरान किताब ना सोई। सतनाम श्री वाहिगुरु साहिब जीओ। श्री नानक पद पंकज बंदन, सिमरो अंगद दोख निकंदन। अमरदास गुर हृदय ध्यावो, श्री गुर रामदास गुण गावो। श्री अर्जन विघ्नन के नाशक, हर गोबिंद शुभ सुमत प्रकाशक। श्री हर राय नमो कर जोरी, गुर हर कृष्ण मनाए बहोरी। तेग बहादुर परम कृपाला, श्री गुरु गोबिंद सिंह विसाला। तरों तरा पर पुन पुन सीसा, बंदों बार बार जगदीशा। एकंकारा सतगुरु तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। वाहिगुरु जी का खालसा, वाहिगुरु जी की फतेह। परम सत्कारयोग गुरु स्वरूप गुरु खालसा साध संगत जी, जितने भी आप माई पाई नेमी प्रेमी दूरों नेड़ियों चल करके महापुरखां दी पावन पवित्र अस्थान अथवा गुरु बाबा जियां दे सचखंड दरबार दे विच पहुँचे हो। सब सतगुरां दे चरनां दे विच हाजरियां लवाउण दे वास्ते चित बिरती नूं बाहरों इकागर करन दी खेचल करो। धन धन साहिब श्री गुरु नानक देव जी महाराज जियां दी पावन पवित्र कथा चल रही है। पिछले प्रकरण दे विच असी यह विचार सरवण कीती कि धन धन साहिब श्री गुरु नानक देव जी महाराज जिस वक्त भाई बाले मरदाने दे समेत पाकपटन शहर पहुँचते हैं, इस स्थान तो इस शहर तो 2 मील की दूरी ते सतगुरां अपना डेरा जंगल दे विच लगाया। तो इस स्थान ते रहन वाला एक पीर शेख ब्रह्म नाम करके, जो बाबा फरीद जियां दा गद्दी नशेन पीर सी, जिसनों फरीद सानी करके भी कहा जाता है, उसनों पता चलिया वो धन गुरु नानक देव जी महाराज जियां दे चरनां दे विच आन हाजिर होया। अपने मत के अनुसार सलामा लेकम कीती, चरनां ते नमस्कार कीते, मत्था टेकिया।
ਅਤੇ ਬੜੇ ਪਿਆਰ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਵਾਏਮਾਨ ਹੋਇਆ ਬੈਠਾ। ਸਤਿਗੁਰਾਂ ਦੇ ਨਾਲ ਬਹੁਤ ਸਾਰੇ ਬਚਨ ਬਿਲਾਸ ਸ਼ੇਖ ਫਰੀਦ ਜੀਆਂ ਦੇ ਗੱਦੀ ਨਿਸ਼ੀਨ ਸ਼ੇਖ ਬ੍ਰਹਮ ਜੀਆਂ ਦੇ ਨਾਲ ਹੋਏ, ਜਿਨ੍ਹਾਂ ਦੇ ਵਿੱਚੋਂ ਬੜੇ ਵਿਰਾਗ ਅਤੇ ਗਿਆਨ ਦੇ ਵਚਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸੁਣਾਉਣੇ ਕੀਤੇ। ਪੀਰ ਸ਼ੇਖ ਬ੍ਰਹਮ ਜੀ ਜਿਵੇਂ ਜਿਵੇਂ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸੁਣਦੇ ਹਨ, ਤਿਵੇਂ ਤਿਵੇਂ ਮਨ ਨੂੰ ਬੜੀ ਸ਼ਾਂਤੀ, ਇਕਾਗਰਤਾ ਅਤੇ ਸੁਖ ਪ੍ਰਾਪਤ ਹੁੰਦਾ ਹੈ। ਤਾਂ ਜਦ ਬਹੁਤ ਸਾਰੇ ਸਵਾਲ ਜਵਾਬ ਬੇਨਤੀ ਰੂਪ ਦੇ ਵਿੱਚ ਸਤਿਗੁਰਾਂ ਦੇ ਪਾਸ ਕੀਤੇ, ਤਾਂ ਆਖਰਕਾਰ ਦੋਨੋਂ ਹੱਥ ਜੋੜ ਕੇ ਚਰਨਾਂ 'ਤੇ ਸਤਿਗੁਰਾਂ ਦੇ ਲਗਾਏ, ਆਪਣਾ ਮਸਤਕ ਰੱਖਿਆ। ਇਸ ਤਰ੍ਹਾਂ ਕਰਕੇ ਫਿਰ ਬੇਨਤੀ ਕੀਤੀ ਕਿ ਐ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੇਰੀ ਖਤਾ, ਮੇਰੀ ਭੁੱਲ, ਮੇਰੀ ਗਲਤੀ ਮਾਫ ਕਰ ਦਿਓ। ਬਾਰ-ਬਾਰ ਬੇਨਤੀ ਕੀਤੀ ਕਿ ਆਪ ਜੀ ਉਸ ਅੱਲਾਹ ਤਾਲਾ, ਉਸ ਖੁਦਾ ਦਾ ਹੀ ਰੂਪ ਹੋ। ਹੁਣ ਮੈਂ ਜਾਣ ਲਿਆ ਹੈ ਅਤੇ ਆਪ ਜੀਆਂ ਦੇ ਅੱਗੇ ਮੈਂ ਬਹੁਤ ਸਾਰੇ ਸਵਾਲ ਜਵਾਬ ਕੀਤੇ। ਇਹ ਮੇਰੀ ਖਤਾ, ਇਹ ਮੇਰੀ ਭੁੱਲ, ਮੈਨੂੰ ਮਾਫ ਕਰ ਦਿਓ। ਸਤਿਗੁਰੂ ਪ੍ਰਸੰਨ ਹੋਏ, ਕਹਿਣ ਲੱਗੇ, ਸ਼ੇਖ ਜੀ, ਇਹ ਤੁਹਾਡੀ ਕੋਈ ਭੁੱਲ ਨਹੀਂ ਹੈ, ਗਲਤੀ ਨਹੀਂ ਹੈ। ਤੁਹਾਡੇ ਐਸੇ ਬਚਨ ਸੁਣ ਸੁਣ ਕੇ ਅਸੀਂ ਵੀ ਬੜੇ ਪ੍ਰਸੰਨ ਹੁੰਦੇ ਸਾਂ। ਸਤਿਗੁਰੂ ਬਚਨ ਕਰਦੇ ਹਨ, ਸ਼ੇਖ ਜੀ, ਮਨ ਦਾ ਹੋਰ ਵੀ ਕੋਈ ਸ਼ੰਕਾ ਹੋਏ ਤੇ ਉਹ ਵੀ ਪੁੱਛਣਾ ਕਰੋ। ਤਾਂ ਇਹਨੇ ਬੇਨਤੀ ਕੀਤੀ, ਨਹੀਂ ਸੱਚੇ ਪਾਤਸ਼ਾਹ, ਹੁਣ ਮੇਰੇ ਹਿਰਦੇ ਦੇ ਸਾਰੇ ਸ਼ੰਕੇ, ਸਾਰੇ ਭਰਮ ਦੂਰ ਹੋ ਗਏ ਹਨ। ਬਾਬਾ ਫਰੀਦ ਜੀਆਂ ਦੇ ਬਹੁਤ ਸਾਰੇ ਸ਼ਲੋਕਾਂ ਦੇ ਉੱਪਰ ਵੀ ਵਿਚਾਰ ਚੱਲੀ। ਸਤਿਗੁਰਾਂ ਨੇ ਬਚਨਾਂ ਦੇ ਵਿੱਚ ਹੀ ਸ਼ੇਖ ਬ੍ਰਹਮ ਜੀਆਂ ਨੂੰ ਗਿਆਨ, ਬ੍ਰਹਮ ਦਾ ਗਿਆਨ ਕਰਵਾ ਦਿੱਤਾ ਸੀ, ਜਨਮ ਮਰਨ ਤੋਂ ਮੁਕਤ ਕਰ ਦਿੱਤਾ ਸੀ, ਉਸ ਉੱਤਮ ਪਦਵੀ, ਪਰਮ ਪਦਵੀ ਬਖਸ਼ ਦਿੱਤੀ ਸੀ। ਤਾਂ ਸ਼ੇਖ ਬ੍ਰਹਮ ਜੀਆਂ ਨੇ ਬਾਰ-ਬਾਰ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਇਸ ਅਸਥਾਨ ਤੋਂ ਅੱਗੇ ਜਾਣ ਦੇ ਵਾਸਤੇ ਤਿਆਰੀ ਕੀਤੀ, ਤਾਂ ਸ਼ੇਖ ਬ੍ਰਹਮ ਬੜੇ ਵਿਰਾਗ ਦੇ ਵਿੱਚ ਆਇਆ, ਬੜੇ ਪਿਆਰ ਦੇ ਵਿੱਚ ਭਿੱਜਿਆ ਹੋਇਆ ਬੇਨਤੀ ਕਰਦਾ, ਸੱਚੇ ਪਾਤਸ਼ਾਹ, ਕਿਤੇ ਸਬੱਬ ਦੇ ਨਾਲ ਹੀ ਆਪ ਜੀਆਂ ਦੇ ਦਰਸ਼ਨ ਹੋਏ ਅਤੇ ਆਪ ਜੀ ਹੁਣ ਬੜੀ ਛੇਤੀ ਸਾਡੇ ਪਾਸੋਂ ਵਿਦਾ ਹੋਣ ਲੱਗੇ ਹੋ। ਤਾਂ ਬੇਨਤੀ ਕੀਤੀ, ਮਹਾਰਾਜ ਜੀ, ਹੋਰ ਸਾਡੇ ਪਾਸ ਹੀ ਰਹਿ ਕੇ ਸਮਾਂ ਬਤੀਤ ਕਰੋ। ਤਾਂ ਸਤਿਗੁਰਾਂ ਬਚਨ ਕੀਤੇ ਕਿ ਜਿਸ ਕਾਰਜ ਦੇ ਲਈ ਅਸੀਂ ਆਏ ਸੀ ਤੇ ਤੁਹਾਡੇ ਮਿਲਾਪ ਦੇ ਵਾਸਤੇ ਉਹ ਕਾਰਜ ਪੂਰਾ ਹੋਇਆ। ਹੁਣ ਅਸੀਂ ਅੱਗੇ ਨੂੰ ਹੋਰ ਵੀ ਬਹੁਤੇ ਸਥਾਨਾਂ 'ਤੇ ਜਾ ਕੇ ਇਸੇ ਤਰ੍ਹਾਂ ਜੀਵਾਂ ਦਾ ਭਲਾ ਕਰਦੇ ਸਨ ਸਤਿਗੁਰੂ। ਤਾਂ ਬੜੀ ਧੀਰਜ ਅਤੇ ਨਿਮਰਤਾ ਦੇ ਪਿਆਰ ਦੇ ਬਚਨ ਸਤਿਗੁਰੂ ਕਹਿ ਕੇ ਸ਼ੇਖ ਬ੍ਰਹਮ ਜੀਆਂ ਨੂੰ ਧੀਰਜ ਦੇ ਕੇ ਅੱਗੇ ਚਲੇ ਜਾਂਦੇ ਹਨ। ਇਸ ਸਥਾਨ ਤੋਂ ਚਲਦੇ ਚਲਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਸ਼ਹਿਰ ਪਹੁੰਚਦੇ ਹਨ, ਜਿਸ ਸ਼ਹਿਰ ਤੋਂ ਬਾਹਰ ਸਤਿਗੁਰਾਂ ਇੱਕ ਦਰਖਤ ਦੇ ਥੱਲੇ ਹੀ ਆਪਣਾ ਆਸਣ ਲਾਇਆ। ਨੇੜੇ ਹੀ ਸਵੱਛ ਜਲ ਦਾ ਝਰਨਾ ਸੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਉਹ ਦਿਨ ਇੱਥੇ ਹੀ ਬਤੀਤ ਕੀਤਾ। ਜਦ ਰਾਤ ਆਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਸਤਿਗੁਰਾਂ ਨੇ ਵੀ ਇਸ ਸਵੱਛ ਜਲ ਦੇ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਆਪਣੇ ਨਿਤ ਦੇ ਨੇਮ ਦੇ ਅਨੁਸਾਰ ਜਿਸ ਤਰ੍ਹਾਂ ਸੋਏ ਸਰੂਪ ਦੇ ਧਿਆਨ ਦੇ ਵਿੱਚ ਜੁੜ ਜਾਂਦੇ, ਫਿਰ ਗੁਰਬਾਣੀ ਦਾ ਪਾਠ ਆਪਣੀ ਰਸਨਾ ਤੋਂ ਵੀ ਕਰਦੇ। ਫਿਰ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਮਰਦਾਨਾ ਹਰ ਰੋਜ਼ ਕਰਿਆ ਹੀ ਕਰਦਾ ਸੀ। ਇਸ਼ਨਾਨ ਪਾਣ ਕਰਨ ਤੋਂ ਬਾਅਦ ਕੁਝ ਕੁ ਸਮਾਂ ਸੋਏ ਸਰੂਪ ਦੇ ਧਿਆਨ ਦੇ ਵਿੱਚ ਮਗਨ ਰਹੇ, ਤਾਂ ਸ਼੍ਰੀ ਜਪਜੀ ਸਾਹਿਬ ਜੀਆਂ ਦਾ ਪਾਠ ਆਰੰਭ ਕਰ ਦਿੱਤਾ। ਤਾਂ ਇਸੇ ਬਗਦਾਦ ਸ਼ਹਿਰ ਦੇ ਵਿੱਚ ਰਹਿਣ ਵਾਲਾ ਇੱਕ ਪੀਰ ਦਸਤਗੀਰ
ਜੋ ਦਸਤਗੀਰ ਪੀਰ ਦਾ ਹੁਕਮ ਇਸ ਸਾਰੇ ਸ਼ਹਿਰ ਅਤੇ ਸਾਰੇ ਦੇਸ਼ ਦੇ ਵਿੱਚ ਚੱਲਦਾ ਸੀ। ਜਿੱਥੇ ਸਾਰੇ ਪ੍ਰਜਾ ਦੇ ਲੋਕ ਪੀਰ ਦਸਤਗੀਰ ਦਾ ਹੁਕਮ ਮੰਨਦੇ ਸਨ ਨਾ, ਉੱਥੇ ਇੱਥੋਂ ਦਾ ਰਾਜਾ ਸੀ ਜੋ ਉਹ ਵੀ ਪੀਰ ਦਸਤਗੀਰ ਦਾ ਮੁਰੀਦ ਬਣਿਆ ਹੋਇਆ ਸੀ, ਉਹ ਵੀ ਪੀਰ ਜੀਆਂ ਦਾ ਹੁਕਮ ਮੰਨਦਾ ਸੀ। ਤਾਂ ਬਹੁਤ ਸਾਰੀਆਂ ਕਰਾਮਾਤਾਂ ਸ਼ਕਤੀਆਂ ਨੂੰ ਵੀ ਰੱਖਣ ਵਾਲਾ ਸੀ ਪੀਰ ਦਸਤਗੀਰ। ਤਾਂ ਜਦ ਇਸ ਤਰ੍ਹਾਂ ਦੇ ਨਾਲ ਉਸ ਪੀਰ ਦਸਤਗੀਰ ਦਾ ਇੱਕ ਮੁਰੀਦ, ਉਹ ਵੀ ਅੰਮ੍ਰਿਤ ਵੇਲੇ ਹੀ ਇਸ਼ਨਾਨ ਦੇ ਵਕਤ ਸ਼ਹਿਰ ਦੇ ਵਿੱਚੋਂ ਬਾਹਰ ਆਇਆ, ਉਸੇ ਤਲਾਬ ਝਰਨੇ ਦੇ ਪਾਸ ਪਹੁੰਚਿਆ ਤਾਂ ਦੇਖਣਾ ਕੀਤਾ ਕਿ ਇਸ ਅਸਥਾਨ 'ਤੇ ਇਹ ਫਕੀਰ ਬੈਠੇ ਹਨ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਮੇਂ ਸ੍ਰੀ ਜਪਜੀ ਸਾਹਿਬ ਜੀਆਂ ਦਾ ਪਾਠ ਕਰ ਰਹੇ ਸਨ। ਤੇ ਜਦ ਇਸ ਤਰ੍ਹਾਂ ਇਸ ਪੀਰ ਦੇ ਮੁਰੀਦ ਨੇ ਸੁਣਨਾ ਕੀਤਾ ਤਾਂ ਸਤਿਗੁਰਾਂ ਨੇ ਇਹ ਪੰਕਤੀਆਂ ਉੱਚੀ ਆਵਾਜ਼ ਦੇ ਵਿੱਚ ਪੜ੍ਹੀਆਂ। ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਤਾਂ ਉਹ ਮੁਰੀਦ ਨੂੰ ਇਹ ਪੰਕਤੀਆਂ ਸਮਝ ਆਈਆਂ, ਕਿਉਂਕਿ ਗੁਰਬਾਣੀ ਬਹੁਤ ਸਾਰੇ ਐਸੇ ਗੁਰਬਾਣੀ ਦੇ ਅਰਥ ਹਨ ਜੋ ਬਿਨਾਂ ਅਰਥ ਦੇਖੇ ਤੋਂ ਹੀ ਸਮਝ ਆ ਜਾਂਦੇ ਹਨ। ਕੇਵਲ ਤੇ ਕੇਵਲ ਗੁਰਬਾਣੀ ਦਾ ਸ਼ਬਦ ਪੜ੍ਹਿਆ ਜਾਵੇ ਤੇ ਅਰਥ ਆਪਣੇ ਆਪ ਸਮਝ ਦੇ ਵਿੱਚ ਪੈ ਜਾਂਦੇ ਹਨ। ਬਹੁਤ ਸਾਰੇ ਐਸੇ ਗੂੜ੍ਹ ਅਰਥ ਗੁਰਬਾਣੀ ਦੇ ਹਨ ਜੋ ਵੱਡੇ ਵੱਡੇ ਵਿਦਵਾਨਾਂ ਦੇ ਵੀ ਸਮਝ ਦੇ ਵਿੱਚ ਨਹੀਂ ਆਉਂਦੇ, ਜਾਂ ਬੜੀ ਮੁਸ਼ਕਲ ਦੇ ਨਾਲ ਸਮਝ ਦੇ ਵਿੱਚ ਆਉਂਦੇ ਹਨ। ਜਦ ਇਹ ਪੰਕਤੀਆਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਆਪਣੇ ਮੁਖਾਰ ਬਿੰਦ ਤੋਂ ਪੜ੍ਹੀਆਂ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਤਾਂ ਇਸ ਦਸਤਗੀਰ ਪੀਰ ਦੇ ਮੁਰੀਦ ਦੇ ਇਹ ਸਮਝ ਦੇ ਵਿੱਚ ਆਈਆਂ ਕਿ ਇਹਨਾਂ ਦਾ ਭਾਵ ਇਹ ਬਣਦਾ ਹੈ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ, ਫਿਰ ਅੱਗੇ ਉਹਨਾਂ ਦਾ ਕੋਈ ਅੰਤ ਨਹੀਂ ਹੈ ਕਿ ਕਿੰਨੇ ਕੁ ਹਨ। ਤਾਂ ਉਹ ਸੁਣ ਕੇ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਿਆ, ਇਹ ਦੇਖਣ ਨੂੰ ਰੱਬ ਦੇ ਫਕੀਰ ਲੱਗਦੇ ਹਨ, ਪਰ ਆਪਣੇ ਮੁਖ ਤੋਂ ਬੜਾ ਕੁਫਰ ਤੋਲ ਰਹੇ ਹਨ, ਬੜਾ ਝੂਠ ਬੋਲ ਰਹੇ ਹਨ। ਸਾਡੇ ਤੇ ਕਹਿਣ ਲੱਗਿਆ, ਪੈਗੰਬਰਾਂ ਨੇ ਕੁਰਾਨ ਦੇ ਵਿੱਚ ਲਿਖਿਆ ਹੈ ਕਿ 14 ਤਬਕ ਹਨ, 7 ਆਕਾਸ਼ ਹਨ ਅਤੇ 7 ਪਾਤਾਲ ਹਨ, ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈ। ਕੁਰਾਨ ਦੇ ਵਿੱਚ ਪੈਗੰਬਰਾਂ ਦਾ ਲਿਖਿਆ ਹੋਇਆ ਤੇ ਕਦੇ ਝੂਠ ਨਹੀਂ ਹੋ ਸਕਦਾ। ਤੇ ਇਹ ਫਕੀਰ ਜਾਂ ਤਾਂ ਇਹ ਝੂਠ ਬੋਲ ਰਹੇ ਹਨ ਜਾਂ ਅਣਜਾਣ ਹਨ, ਇਹਨਾਂ ਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ। ਤਾਂ ਉਹ ਮਨ ਹੀ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਆਪਣੇ ਪੀਰ ਜੀਆਂ ਦੇ ਪਾਸ ਜਾ ਕੇ ਦੱਸਾਂਗਾ। ਕੋਈ ਬਾਹਰ ਫਕੀਰ ਬੈਠੇ ਹਨ, ਆਪਣੀ ਰਸਨਾ ਤੋਂ ਇਉਂ ਬੋਲ ਰਹੇ ਹਨ। ਤਾਂ ਜਦ ਇਸ ਤਰ੍ਹਾਂ ਮਨ ਦੇ ਵਿੱਚ ਖਿਆਲ ਕਰਦਾ ਹੈ ਤੇ ਕੁਝ ਕੁ ਸਮਾਂ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਇਹ ਸੁਣਦਾ ਰਿਹਾ ਹੈ। ਤਾਂ ਥੋੜ੍ਹੇ ਸਮੇਂ ਤੋਂ ਬਾਅਦ ਭਾਈ ਮਰਦਾਨਾ, ਜੋ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਹੁੰਦਾ ਸੀ, ਭਾਈ ਮਰਦਾਨਾ ਵੀ ਕੀਰਤਨ ਦੇ ਲਈ ਤਿਆਰੀ ਕਰਦਾ ਹੈ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਹੋ ਕਿਆ ਕੁਫਰ ਬਕਦਾ ਹੈ ਕੋਈ। ਜਦ ਉਸ ਦਸਤਗੀਰ ਪੀਰ ਦੇ ਮੁਰੀਦ ਨੂੰ ਇਹਨਾਂ ਪੰਕਤੀਆਂ ਦੇ ਅਰਥ ਸਮਝ ਆਏ ਕਿ ਲੱਖਾਂ ਹੀ ਆਕਾਸ਼ ਹਨ, ਲੱਖਾਂ ਹੀ ਪਾਤਾਲ ਹਨ, ਤਾਂ ਮਨ ਹੀ ਮਨ ਸੋਚਦਾ ਹੈ ਕਿ ਇਹ ਕੌਣ ਹੈ ਆਪਣੀ ਰਸਨਾ ਤੋਂ, ਆਪਣੀ ਜ਼ਬਾਨ ਤੋਂ ਕੁਫਰ ਤੋਲ ਰਹੇ ਹਨ, ਝੂਠ ਬੋਲ ਰਹੇ ਹਨ। ਕਹਿਓ ਕੁਰਾਨ ਕਿਤਾਬ ਨਾ ਸੋਈ। ਹੁਣ ਸੋਚਦਾ ਹੈ ਕਿ ਕੁਰਾਨ ਦੇ ਵਿੱਚ ਪੈਗੰਬਰਾਂ ਨੇ ਤੇ ਕਿਤੇ ਲਿਖਿਆ ਨਹੀਂ ਹੋਇਆ ਕਿ ਲੱਖਾਂ ਆਕਾਸ਼ ਹਨ ਤੇ ਲੱਖਾਂ ਪਾਤਾਲ ਹਨ,
ਉਹਨਾਂ ਨੇ ਤੇ ਕੇਵਲ 14 ਤਪਕ ਹੀ ਦੱਸੇ ਹਨ। ਤਰਕ ਕਰਤ ਅਸ ਗਇਓ ਸਮੀਪਾ। ਇਸ ਤਰ੍ਹਾਂ ਤਰਕ ਦੇ ਬੋਲ ਕਰਦਾ ਹੋਇਆ ਉਹ ਸਤਿਗੁਰਾਂ ਦੇ ਪਾਸ ਪਹੁੰਚ ਜਾਂਦਾ ਹੈ। ਜੈ ਬੈਠੇ ਬੇਦੀ ਕੁਲ ਦੀਪਾ। ਜਿੱਥੇ ਬੇਦੀ ਕੁਲ ਦੇ ਸ਼੍ਰੋਮਣੀ ਜਾਣੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਭਾਏ ਮਾਨ ਸਨ। ਤੇ ਛਿਨ ਗਾਨ ਲਗਿਓ ਮਰਦਾਨਾ। ਤਾਂ ਜਪਜੀ ਸਾਹਿਬ ਜੀਆਂ ਦਾ ਪਾਠ ਸੰਪੂਰਨ ਹੋਣ ਤੇ ਭਾਈ ਮਰਦਾਨੇ ਨੇ ਹੁਣ ਦੇਖਿਆ ਕਿ ਸ਼੍ਰੀ ਆਸਾ ਜੀ ਦੀ ਵਾਰ ਦਾ ਸਮਾਂ ਹੋ ਗਿਆ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਹੁਕਮ ਸੀ ਭਾਈ ਮਰਦਾਨੇ ਨੂੰ ਕਿ ਭਾਈ ਮਰਦਾਨਾ ਕੋਈ ਸਰੋਤਾ ਹੋਵੇ ਜਾਂ ਨਾ ਹੋਵੇ, ਕੋਈ ਰੋਈਆਂ ਬਿਆਵਾਨਾਂ ਦੀ ਜਗ੍ਹਾ ਹੋਵੇ ਜਾਂ ਕੋਈ ਪਿੰਡ ਸ਼ਹਿਰ ਹੋਵੇ, ਕੈਸਾ ਵੀ ਸਮਾਂ ਹੋਵੇ, ਕੈਸੀ ਵੀ ਜਗ੍ਹਾ ਹੋਵੇ, ਤੂੰ ਹਰ ਰੋਜ਼ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੀ ਕਰਨਾ ਹੈ। ਇਹ ਤੇਰੀ ਕਲਿਆਣ ਦਾ ਸਾਧਨ ਹੈ। ਤਾਂ ਭਾਈ ਮਰਦਾਨਾ ਸਤਿਗੁਰਾਂ ਦਾ ਬਚਨ ਸਿਰ ਮੱਥੇ ਮੰਨ ਕੇ ਹੁਕਮ ਦੇ ਵਿੱਚ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਸੀ। ਅੱਜ ਵੀ ਜਦ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਦਾ ਸਮਾਂ ਹੋਇਆ, ਭਾਈ ਮਰਦਾਨੇ ਨੇ ਆਪਣਾ ਰਬਾਬ ਸੰਭਾਲਿਆ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੰਦਾ ਹੈ। ਵਾਹਿ ਰਬਾਬ ਸਿਫਤ ਭਗਵਾਨਾ। ਉਸ ਭਗਵਾਨ ਦੀ ਸਿਫਤ ਗੁਰਬਾਣੀ ਦੇ ਸ਼ਬਦ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਭਾਈ ਮਰਦਾਨੇ ਨੇ ਆਰੰਭ ਕਰ ਦਿੱਤਾ। ਖਰੋ ਹੋਏ ਸੁਣ ਕੇ ਚਿਰਤਾਈ। ਤਾਂ ਉਹ ਮੁਰੀਦ ਉੱਥੇ ਖੜਾ ਹੋਇਆ ਸਤਿਗੁਰਾਂ ਦੇ ਨਜ਼ਦੀਕ ਹੀ ਕੁਝ ਕੁ ਸਮਾਂ ਤੇ ਇਹ ਸੁਣਦਾ ਰਿਹਾ ਹੈ। ਗਮਨਿਓ ਬਹੁਰ ਪੀਰ ਨਿਜ ਥਾਈ। ਤੇ ਇਹ ਬੜਾ ਹੈਰਾਨ ਹੋ ਕੇ ਫਿਰ ਆਪਣੇ ਪੀਰ ਦੇ ਪਾਸ ਚਲਿਆ ਜਾਂਦਾ ਹੈ ਕਿ ਦੇਖੋ ਸਾਡੇ ਪੀਰ ਜੀਆਂ ਦਾ ਤਾਂ ਹੁਕਮ ਹੈ ਕਿ ਕੋਈ ਵੀ ਇਸ ਦੇਸ਼ ਦੇ ਵਿੱਚ ਸੰਗੀਤ ਨਹੀਂ ਵਜਾ ਸਕਦਾ, ਤੇ ਇਹਨਾਂ ਨੇ ਸੰਗੀਤ ਵੀ ਆਰੰਭ ਕਰ ਦਿੱਤਾ। ਫਿਰ ਆਪਣੀ ਰਸਨਾ ਜ਼ਬਾਨ ਤੋਂ ਇਹਨਾਂ ਨੇ ਝੂਠ ਵੀ ਬੋਲਿਆ ਕਿ ਲੱਖਾਂ ਆਕਾਸ਼ ਤੇ ਪਾਤਾਲ ਹਨ। ਤਾਂ ਬੜੀ ਹੈਰਾਨੀ ਦੇ ਨਾਲ ਇਹ ਮੁਰੀਦ ਆਪਣੇ ਪੀਰ ਦਸਤਗੀਰ ਦੇ ਪਾਸ ਪਹੁੰਚ ਜਾਂਦਾ ਹੈ। ਅਵਸਰ ਪਾਏ ਸੋ ਬੂਝਨ ਕੀਨਾ। ਜਦ ਦੇਖਿਆ ਕਿ ਕਿਸੇ ਕਾਰਜ ਦੇ ਵਿੱਚ ਸੀ ਪਹਿਲੇ ਭਾਵੇਂ ਇਸ ਪੀਰ ਦਸਤਗੀਰ, ਪਰ ਫਿਰ ਇਸ ਨੇ ਦੇਖਿਆ ਕਿ ਹੁਣ ਸਮਾਂ ਹੈ ਮੇਰੇ ਵੱਲ ਇਹਨਾਂ ਦਾ ਰੁਖ ਹੈ। ਜਦ ਅਵਸਰ ਦੇਖਿਆ, ਵਕਤ ਦੇਖਣਾ ਕੀਤਾ, ਤਾਂ ਆਪਣੀ ਬੇਨਤੀ ਕਰ ਦਿੱਤੀ। ਹਜ਼ਰਤ ਸੁਨੋ ਕੁਫਰ ਇਕ ਪੀਨਾ। ਬੇਨਤੀ ਕਰਦਾ ਹਜ਼ਰਤ ਜੀ ਮੇਰੀ ਇੱਕ ਬੇਨਤੀ ਸੁਣੋ ਕਿ ਇੱਕ ਬਹੁਤ ਵੱਡਾ ਝੂਠ, ਭਾਰੀ ਝੂਠ ਇੱਕ ਫਕੀਰ ਬੋਲ ਰਿਹਾ ਹੈ। ਹਿੰਦੂ ਫਕੀਰ ਬਹਿ ਰਹਿ ਬੈਸਾ। ਇੱਕ ਹਿੰਦੂ ਫਕੀਰ ਇਸ ਬਗਦਾਦ ਸ਼ਹਿਰ ਤੋਂ ਬਾਹਰ ਆਪਣਾ ਡੇਰਾ ਲਾ ਕੇ ਬੈਠਾ ਹੈ। ਉਹ ਆਪਣੀ ਰਸਨਾ ਤੋਂ ਇਉਂ ਬੋਲ ਰਿਹਾ ਹੈ। ਬਕਿਓ ਬਕਾਓ ਕੁਫਰ ਤਨ ਐਸਾ। ਉਹਨੇ ਇਹੋ ਜਿਹਾ ਭਾਰੀ ਝੂਠ ਬੋਲਣਾ ਕੀਤਾ 14 ਤਬਕ ਕੁਰਾਨ ਬਤਾਏ। ਕਿ ਜਿਸ ਤਰ੍ਹਾਂ ਆਪਣੇ ਕੁਰਾਨ ਸ਼ਰੀਫ ਦੇ ਵਿੱਚ ਪੈਗੰਬਰਾਂ ਦੇ ਲਿਖੇ ਹੋਏ 14 ਤਬਕ ਹਨ, 14 ਜਹਾਨ ਹਨ, ਤੇ ਉਹਨਾਂ ਨੇ ਇਸ ਤੋਂ ਉਲਟ ਕਹਿ ਦਿੱਤਾ ਹੈ। ਇਤੇ ਹੀ ਤੁਮ ਆਪ ਸੁਨਾਏ। 14 ਤਬਕ ਹੀ ਇਧਰ ਕੁਰਾਨ ਦੇ ਵਿੱਚ ਲਿਖੇ ਹੋਏ ਹਨ, ਤੇ ਤੁਸੀਂ ਵੀ ਸਾਨੂੰ ਸਮਝਾਉਂਦੇ ਰਹਿੰਦੇ ਹੋ, ਦੱਸਦੇ ਰਹਿੰਦੇ ਹੋ ਕਿ 14 ਜਹਾਨ ਹੈ, ਇਸ ਤੋਂ ਪਰੇ ਕੁਝ ਵੀ ਨਹੀਂ ਹੈ। ਤਿਸਨੇ ਲਖ ਆਕਾਸ਼ ਪਤਾਲੇ। ਤੇ ਉਸ ਫਕੀਰ ਨੇ ਤੇ ਆਪਣੀ ਜ਼ਬਾਨ ਤੋਂ ਇਹ ਪੰਕਤੀਆਂ ਪੜ੍ਹੀਆਂ ਕਿ ਜਿਨ੍ਹਾਂ ਦਾ ਅਰਥ ਸੀ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ। ਬਹੁਰ ਨਾ ਓਰਕ ਥਕ ਰਹਿ ਭਾਲੇ। ਫੇਰ ਕਹਿੰਦੇ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਫਿਰ ਅੱਗੇ ਕਹਿਣ ਲੱਗਿਆ ਇੱਥੇ ਹੀ ਵਸ ਨਹੀਂ, ਲੱਖਾਂ ਤੇ ਆ ਕੇ ਰੁਕਦੇ ਨਹੀਂ। ਅੱਗੇ ਕਹਿੰਦੇ ਹਨ ਹੋਰ ਬੇਅੰਤ ਹਨ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾਂਦਾ। ਸੁਣ ਕੇ ਅਚਰਜ ਮੁਝ ਮਨ ਆਵਾ। ਕਹਿਣ ਲੱਗਿਆ ਪੀਰ ਜੀ ਇਸ ਤਰ੍ਹਾਂ ਦਾ ਕੁਫਰ ਝੂਠ ਸੁਣ ਕੇ ਤੇ ਮੈਂ ਬੜਾ ਹੈਰਾਨ ਹੋ ਗਿਆ। ਸਹਿਓ ਨਾ ਜਾਏ ਜੋ ਤਾਹੇ ਸੁਨਾਵਾ। ਬੇਨਤੀ ਕਰਦਾ ਪੀਰ ਜੀ ਮੇਰੇ ਤੋਂ ਤੇ ਇਹ ਝੂਠ
ਇਹ ਕੁਫਰ ਦੀਆਂ ਗੱਲਾਂ ਸਹੀਆਂ ਨਹੀਂ ਜਾਂਦੀਆਂ ਕਿ ਕੁਰਾਨ ਦੇ ਵਿੱਚ ਇਹ ਕੁਝ ਲਿਖਿਆ ਹੋਇਆ ਹੈ। ਇਹ ਫਕੀਰ ਇੰਨਾ ਕੁਫਰ ਤੋਲ ਰਹੇ ਆ, ਕੁਰਾਨ ਸ਼ਰੀਫ ਦੇ ਉਲਟ ਬੋਲ ਰਹੇ ਹਨ। ਲਿਖਿਓ ਖਿਲਾਫ ਕੁਰਾਨ ਦਰਮਿਆਨ, ਜੋ ਕੁਰਾਨ ਦੇ ਖਿਲਾਫ ਬੋਲੇ ਹਨ, ਇਹ ਗੱਲਾਂ ਇਹਨਾਂ ਦੀਆਂ ਝੂਠ ਦੀਆਂ ਮੇਰੇ ਤੋਂ ਸਹੀਆਂ ਨਹੀਂ ਜਾਂਦੀਆਂ। ਕੂਰੋ ਕਿਦੋਂ ਫਕੀਰ ਅਜਾਨ, ਇੱਕ ਗੱਲ ਮੈਂ ਹੋਰ ਦੇਖਦਾ ਹਾਂ ਕਿ ਜਾਂ ਤੇ ਇਹ ਫਕੀਰ ਝੂਠ ਬੋਲ ਰਿਹਾ ਹੈ ਜਾਂ ਕਿਤੇ ਅਣਜਾਣਪਣੇ ਦੇ ਵਿੱਚ ਕਹਿ ਰਿਹਾ ਹੈ। ਇਹਨਾਂ ਨੂੰ ਇਹਨਾਂ ਗੱਲਾਂ ਦਾ, ਇਹਨਾਂ ਵਿਚਾਰਾਂ ਦਾ ਪਤਾ ਹੀ ਨਹੀਂ ਹੈ। ਇੱਕ ਤੋਂ ਇਹ ਤਿੰਨ ਕਹਿਓ ਅਚੰਪਾ, ਫੇਰ ਬੇਨਤੀ ਕਰਦਾ ਪੀਰ ਜੀ, ਇਹ ਇੱਕ ਗੱਲ ਤੇ ਇਹ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਬੋਲ ਬੋਲੇ ਹਨ। ਦੂਸਰ ਕੀਨ ਰਾਗ ਪ੍ਰਾਰੰਭਾ, ਤੇ ਦੂਸਰਾ ਕਹਿਣ ਲੱਗਿਆ ਉੱਥੇ ਰਾਗ ਆਰੰਭ ਕੀਤਾ ਹੋਇਆ, ਸੰਗੀਤ ਆਰੰਭ ਕੀਤਾ ਹੋਇਆ। ਇੱਕ ਰਬਾਬ ਹੈ ਉਹਨਾਂ ਦੇ ਪਾਸ, ਉਹਨਾਂ ਦਾ ਇੱਕ ਮੁਰੀਦ, ਇੱਕ ਸੇਵਕ, ਉਹ ਰਬਾਬ ਵਜਾ ਕੇ ਸ਼ਬਦ ਪੜ੍ਹ ਰਿਹਾ ਹੈ। ਤੁਮਨੇ ਸਗਰੇ ਦੇਸ ਮਝਾਰੀ, ਤੇ ਕਹਿਣ ਲੱਗਿਆ ਪੀਰ ਜੀ, ਆਪ ਜੀਆਂ ਦੀ ਤੇ ਆਗਿਆ ਸਾਰੇ ਦੇਸ਼ ਦੇ ਵਿੱਚ ਹੀ ਹੈ। ਕਰਨ ਸਰੋਦ ਕੀਨ ਹਟਕਾਰੀ, ਕਿ ਇਹ ਸਰੋਤ ਕਰਨਾ, ਰਾਗ ਰੰਗ ਕਰਨਾ, ਸੰਗੀਤ ਵਜਾਉਣੇ, ਇਹ ਤੇ ਆਪ ਨੇ ਆਗਿਆ ਕੀਤੀ ਹੈ, ਹੁਕਮ ਕੀਤਾ ਹੈ ਕਿ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਵਜਾਉਣਾ ਨਹੀਂ ਚਾਹੀਦਾ, ਕਿਤੇ ਵੀ ਵਜਾਇਆ ਜਾਣਾ ਨਹੀਂ ਚਾਹੀਦਾ। ਤੁਹਾਡੀ ਆਗਿਆ ਇਹ ਵੀ ਉਹਨਾਂ ਨੇ ਭੰਗ ਕਰ ਦਿੱਤੀ ਹੈ। ਜੇ ਸਮੀਪ ਹੋਏ ਆਇਸ ਪੰਗਾ, ਫੇਰ ਕਹਿਣ ਲੱਗਿਆ ਕਿ ਦੇਖੋ ਜੀ, ਜੇ ਆਪ ਜੀਆਂ ਦੇ ਨੇੜੇ ਰਹਿਣ ਵਾਲੇ ਹੀ ਇਸ ਬਗਦਾਦ ਸ਼ਹਿਰ ਦੇ ਵਿੱਚ ਹੀ ਜਾਂ ਸ਼ਹਿਰ ਤੋਂ ਬਾਹਰ ਨਜ਼ਦੀਕ ਬੈਠਣ ਵਾਲੇ ਹੀ ਤੁਹਾਡੀ ਆਗਿਆ ਭੰਗ ਕਰਨਗੇ ਨਾ, ਫਿਰ ਦੂਸਰਿਆਂ ਦਾ, ਦੂਰ ਵਾਲਿਆਂ ਦਾ ਕੀ ਬਣੇਗਾ? ਉਹਨਾਂ ਨੇ ਤੇ ਤੁਹਾਡੀ ਆਗਿਆ, ਤੁਹਾਡੇ ਹੁਕਮ ਦੀ ਕੋਈ ਪਰਵਾਹ ਨਹੀਂ ਕਰਨੀ ਹੈ। ਇਹ ਫਕੀਰ ਬਾਹਰ ਬੈਠੇ ਹੋਏ, ਨਜ਼ਦੀਕ ਨੇੜੇ ਹੀ ਬੈਠੇ ਹੋਏ, ਬੇਖੌਫ ਹੋ ਕੇ ਇਹਨਾਂ ਨੇ ਰਾਗ ਆਰੰਭ ਕੀਤਾ ਹੋਇਆ ਹੈ। ਅਹੇ ਦੂਰ ਸੋ ਕਰੇ ਨਿਸੰਗਾ, ਜਦ ਨੇੜੇ ਹੋਣ ਵਾਲੇ ਇਸ ਤਰ੍ਹਾਂ ਨਿਹਸੰਸੇ ਹੋ ਕੇ ਬਿਨਾਂ ਖੌਫ, ਬਿਨਾਂ ਡਰ ਤੋਂ ਤੁਹਾਡੀ ਆਗਿਆ ਭੰਗ ਕਰ ਦੇਣਗੇ, ਤੇ ਦੂਰ ਵਾਲੇ ਤੇ ਤੁਹਾਡੀ ਆਗਿਆ ਕਦੇ ਨਹੀਂ ਮੰਨਣਗੇ। ਦਿਨ ਪਰਤ ਤੇਜ ਹੋਏ ਲੱਗ ਜਾਈ, ਤੁਹਾਡਾ ਜਿਹੜਾ ਤੇਜ ਪ੍ਰਤਾਪ ਹੈ ਨਾ, ਪ੍ਰਭਾਵ ਹੈ ਨਾ ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ, ਇਹ ਤੇ ਕਹਿਣ ਲੱਗਿਆ ਫਿਰ ਦਿਨ ਪ੍ਰਤੀ ਦਿਨ ਬੜਾ ਛੋਟਾ ਹੁੰਦਾ ਜਾਏਗਾ, ਬੜਾ ਘਟਦਾ ਜਾਏਗਾ। ਇੱਕ ਦਿਨ ਤੁਹਾਡਾ ਪ੍ਰਤਾਪ ਘਟ ਜਾਏਗਾ, ਕਿਸੇ ਨੇ ਆਗਿਆ ਨਹੀਂ ਮੰਨਣੀ। ਜੇ ਨਾ ਤਦਾਰਕ ਦਿਓ ਤਿਸ ਤਾਈ, ਤੁਹਾਡੀ ਆਗਿਆ ਅੱਗੇ ਨੂੰ ਕਿਸੇ ਨੇ ਨਹੀਂ ਮੰਨਣੀ। ਜੇ ਇਸੇ ਤਰ੍ਹਾਂ ਬੇਖੌਫ ਹੋ ਕੇ ਤੁਹਾਡੀ ਆਗਿਆ ਦਾ ਪਾਲਣ ਨਹੀਂ ਕਰਨਗੇ, ਤੁਹਾਡੀ ਆਗਿਆ ਭੰਗ ਕਰਦੇ ਰਹਿਣਗੇ, ਤੇ ਇੱਕ ਦਿਨ ਤੁਹਾਡੀ ਆਗਿਆ ਮੰਨਣ ਤੋਂ ਮੁਨਕਰ ਹੋ ਜਾਣਗੇ। ਇਸ ਫਕੀਰ ਨੇ ਕੁਫਰ ਉਚਾਰਾ, ਇਹ ਫਕੀਰ ਹੁਣ ਬਗਦਾਦ ਸ਼ਹਿਰ ਤੋਂ ਬਾਹਰ ਬੈਠੇ ਬੈਠੇ ਕੁਫਰ ਤੋਲ ਰਹੇ ਹਨ, ਝੂਠ ਬੋਲ ਰਹੇ ਹਨ, ਤੇ ਸੰਗੀਤ ਰਾਗ ਆਰੰਭ ਕਰੀ ਬੈਠੇ ਹਨ। ਲਾਇਕ ਹੈ ਸਜਾਏ ਉਹ ਭਾਰਾ, ਤੇ ਮੈਂ ਤੇ ਸੋਚਦਾ ਹਾਂ ਕਿ ਉਹ ਤੇ ਵੱਡੀ ਸਜ਼ਾ ਦੇ ਹੱਕਦਾਰ ਹਨ, ਕਿ ਉਹਨਾਂ ਨੂੰ ਤੇ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਜੋ ਇਸ ਕੋ ਵਰਜੋ ਨੇ ਅਬਹੀ, ਫੇਰ ਕਹਿਣ ਲੱਗਿਆ ਪੀਰ ਜੀ, ਜੇਕਰ ਤੁਸੀਂ ਇਹਨਾਂ ਫਕੀਰਾਂ ਨੂੰ ਵਰਜੋਗੇ ਨਹੀਂ, ਰੋਕੋਗੇ ਨਹੀਂ, ਮੁਸਲਮਾਨ ਕਾਫਰ ਹਵੇ ਸਭੀ, ਤੇ ਫਿਰ ਜਿੰਨੇ ਵੀ ਮੁਸਲਮਾਨ ਹਨ ਨਾ, ਭਾਵੇਂ ਤੁਹਾਡੇ ਮੁਰੀਦ ਹਨ ਤੇ ਭਾਵੇਂ ਹੋਰ ਹਨ, ਜਿੰਨੇ ਵੀ ਮੁਸਲਮਾਨ ਹਨ ਸਾਰੇ ਦੇ ਸਾਰੇ ਇਹ ਵੀ ਕਾਫਰ ਬਣ ਜਾਣਗੇ। ਦਸਤਗੀਰ ਸੁਣ ਕੇ ਅਸ ਚਿਹਰਾ, ਜਦ ਇਹੋ ਜਿਹਾ ਚਿਹਰਾ, ਇਹੋ ਜਿਹੀ ਝਗੜੇ ਦੀ ਗੱਲ ਪੀਰ ਦਸਤਗੀਰ ਨੇ ਸੁਣੀ, ਮਨ ਮੈਂ ਕੀਨੋ ਕ੍ਰੋਧ ਕਨੇਰਾ, ਤਾਂ ਇਹ ਬਚਨ, ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੇ ਮੁਰੀਦ ਦੇ ਪਾਸੋਂ ਉਹ ਪੀਰ ਦਸਤਗੀਰ ਬੜਾ ਕ੍ਰੋਧ ਦੇ ਵਿੱਚ ਆ ਜਾਂਦਾ। ਪਹਿਲੇ ਤੇ ਇਸ ਦਾ ਮੁਰੀਦ ਹੀ ਬੜਾ ਕ੍ਰੋਧਵਾਨ ਹੋਇਆ ਸੀ ਇਹਨਾਂ ਗੱਲਾਂ ਨੂੰ ਦੇਖ ਕੇ ਕਿ ਇਹ ਝੂਠ ਬੋਲ ਰਹੇ ਹਨ, ਇਹਨਾਂ ਨੇ ਸਾਡੇ ਪੀਰ ਦੀ ਆਗਿਆ ਦਾ ਪਾਲਣ ਨਹੀਂ ਕੀਤਾ, ਤੇ ਪਹਿਲੇ ਤੇ ਇਹੀ ਕ੍ਰੋਧ ਦੇ ਵਿੱਚ ਸੀ। ਜਦ ਇਸ ਨੇ ਕ੍ਰੋਧ ਦੇ ਭਰੇ ਪੀਤੇ ਨੇ, ਜਦ ਇਸ ਤਰ੍ਹਾਂ ਦੇ ਨਾਲ ਬੜੇ ਕੌੜੇ ਫਿੱਕੇ ਲਫ਼ਜ਼ ਕਹਿ ਦਿੱਤੇ ਪੀਰ ਦੇ ਅੱਗੇ,
ਤੇ ਉਹ ਪੀਰ ਹੋਰ ਵੀ ਦੂਣਾ ਚੌਣਾ ਕ੍ਰੋਧ ਦੇ ਵਿੱਚ ਹੋ ਜਾਂਦਾ ਹੈ। ਆਇਸ ਸਗਰੇ ਨਗਰ ਪਠਾਈ, ਤਾਂ ਬੜੇ ਕ੍ਰੋਧ ਦੇ ਵਿੱਚ ਆ ਕੇ ਸਾਰੇ ਨਗਰ ਦੇ ਵਿੱਚ ਆਪਣੀ ਆਗਿਆ ਆਪਣਾ ਹੁਕਮ ਕਰ ਦਿੰਦਾ ਹੈ। ਸੰਗ ਸਾਰ ਤਿਸ ਕਰੀਏ ਜਾਈ, ਸਾਰੇ ਨਗਰ ਦੇ ਨਿਵਾਸੀਆਂ ਨੂੰ ਆਗਿਆ ਕਰ ਦਿੰਦਾ ਹੈ ਕਿ ਦੇਖੋ ਕਿਹੜਾ ਫਕੀਰ ਇੱਥੇ ਆਇਆ ਹੋਇਆ ਹੈ ਜੋ ਸਾਡੀ ਆਗਿਆ ਨੂੰ ਭੰਗ ਕਰ ਰਿਹਾ ਹੈ, ਰਾਗ ਸੰਗੀਤ ਆਰੰਭ ਕਰਕੇ ਬੈਠਾ, ਫਿਰ ਕੁਫਰ ਕੁਰਾਨ ਦੇ ਉਲਟ ਬੋਲ ਰਿਹਾ ਹੈ। ਉਹਨਾਂ ਨੂੰ ਸੰਗਸਾਰ ਦੀ ਸਜ਼ਾ ਦਿੱਤੀ ਜਾਵੇ। ਬਗਦਾਦ ਸ਼ਹਿਰ ਦੇ ਲੋਕਾਂ ਨੂੰ ਇਹ ਹੁਕਮ ਕਰ ਦਿੱਤਾ ਕਿ ਉਹਨਾਂ ਨੂੰ ਸੰਗਸਾਰ ਦੀ ਸਜ਼ਾ ਦਿੱਤੀ ਜਾਵੇ। ਇਹ ਸਜ਼ਾ ਇਹ ਹੁੰਦੀ ਸੀ ਉਸ ਸਮੇਂ ਦੇ ਵਿੱਚ ਜਿਹਨੂੰ ਸੰਗਸਾਰ ਦੀ ਸਜ਼ਾ ਕਿਹਾ ਜਾਂਦਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਹੱਥਾਂ ਦੇ ਵਿੱਚ ਵੱਡੇ ਛੋਟੇ ਪੱਥਰ ਪਕੜ ਕੇ ਪੱਥਰ ਮਾਰ ਮਾਰ ਕੇ ਕਿਸੇ ਨੂੰ ਖਤਮ ਕਰ ਦਿੰਦੇ, ਮਾਰ ਦਿੰਦੇ। ਇਹ ਸਜ਼ਾ ਦਿੰਦੇ ਸਨ ਜਿਸ ਨੂੰ ਸੰਗਸਾਰ ਦੀ ਸਜ਼ਾ ਕਹਿੰਦੇ ਸਨ। ਉਹਨੇ ਹੁਕਮ ਕਰ ਦਿੱਤਾ ਕਿ ਜਿਹੜਾ ਫਕੀਰ ਬਗਦਾਦ ਸ਼ਹਿਰ ਤੋਂ ਬਾਹਰ ਆ ਕੇ ਬੈਠਾ ਹੈ ਨਾ, ਇਹਨਾਂ ਨੂੰ ਸੰਗਸਾਰ ਦੀ ਸਜ਼ਾ ਦਿੱਤੀ ਜਾਵੇ। ਜਿਸ ਨੇ ਬੜਾ ਕਫਰ ਤੋਲਿਆ ਹੈ, ਕੁਰਾਨ ਦੇ ਉਲਟ ਬੋਲਿਆ ਹੈ ਅਤੇ ਸਾਡੀ ਆਗਿਆ ਦਾ ਪਾਲਣ ਨਹੀਂ ਕੀਤਾ, ਉੱਥੇ ਰਾਗ ਸੰਗੀਤ ਆਰੰਭ ਕੀਤਾ ਹੈ। ਜਦ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਇਸ ਤਰ੍ਹਾਂ ਦਾ ਸਖਤ ਹੁਕਮ ਪੀਰ ਦਸਤਗੀਰ ਕਰ ਦਿੰਦਾ ਹੈ। ਸਭ ਚੱਲ ਜਾਓ ਨਾ ਲਾਵੋ ਦੇਰਾ, ਕਹਿਣ ਲੱਗਿਆ ਛੇਤੀ ਸਾਰੇ ਇਕੱਠੇ ਹੋ ਕੇ ਜਾਵੋ ਤੇ ਇਸ ਗੱਲ ਦੇ ਵਿੱਚ ਦੇਰ ਨਾ ਲਾਵੋ। ਹੁਕਮ ਭੰਗ ਕੀਨੋ ਤਨ ਮੇਰਾ, ਉਸ ਫਕੀਰ ਨੇ ਮੇਰਾ ਹੁਕਮ ਭੰਗ ਕਰ ਦਿੱਤਾ ਹੈ। ਹਵੇ ਹਦੂਰ ਜਿਨ ਕੀਨ ਟਿਟਾਈ, ਫਿਰ ਕਹਿਣ ਲੱਗਿਆ ਕਿ ਦੇਖੋ ਜਿਸ ਨੇ ਮੇਰੇ ਹਦੂਰ ਹੁੰਦੇ ਹੋਏ, ਨੇੜੇ ਹੁੰਦੇ ਹੋਏ ਬੜੀ ਢੀਠਤਾ ਕੀਤੀ ਹੈ। ਦੂਰ ਪਏ ਤੇ ਕਸ ਡਰ ਪਾਈ, ਫਿਰ ਮੇਰੇ ਤੋਂ ਦੂਰ ਹੋ ਕੇ ਜਾਂ ਮੇਰੇ ਤੋਂ ਦੂਰ ਹੋਣ ਵਾਲੇ ਕਿਵੇਂ ਡਰ ਰੱਖਣਗੇ। ਇਹ ਬਗਦਾਦ ਜੋ ਥਾਨ ਮਹਾਨਾ, ਇਹ ਕਹਿਣ ਲੱਗਿਆ ਬਗਦਾਦ ਦਾ ਜੋ ਅਸਥਾਨ ਬੜਾ ਮਹਾਨ ਬੜਾ ਪਾਕ ਹੈ। ਤੁਰਕਾਨੇ ਕੋ ਵੱਡਾ ਟਿਕਾਣਾ, ਇਹ ਤੁਰਕਾਨੇ ਦਾ ਵੱਡਾ ਟਿਕਾਣਾ ਸੀ, ਵੱਡਾ ਅਸਥਾਨ ਸੀ। ਜਿਸ ਤਰ੍ਹਾਂ ਕਹਿ ਦਈਏ ਕਿ ਤੁਰਕਾਂ ਦਾ, ਪਠਾਣਾ ਦਾ ਇੱਕ ਗੜ੍ਹ ਸੀ ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਣਾ ਕਰਦੇ ਹਨ, ਗੜ੍ਹ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਸਭੇ ਨਿਭਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਆਪਣੇ ਚਰਨ ਪਾ ਕੇ ਇਹਨਾਂ ਜਗ੍ਹਾ ਦੇ ਉੱਪਰ ਜਗ੍ਹਾ ਨੂੰ ਵੀ ਪਵਿੱਤਰ ਕੀਤਾ ਅਤੇ ਇੱਥੋਂ ਦੇ ਰਹਿਣ ਵਾਲਿਆਂ ਨੂੰ ਵੀ ਸਮਤ ਬਖਸ਼ ਕੇ, ਗਿਆਨ ਦਾ ਉਪਦੇਸ਼ ਬਖਸ਼ ਕੇ ਅਰ ਸਭਨਾਂ ਨੂੰ ਨਿਵਾਇਆ ਹੈ। ਸਭ ਹੀ ਗੁਰੂ ਬਾਬਾ ਜੀਆਂ ਦੇ ਚਰਨੀ ਲੱਗੇ ਹਨ। ਤਾਂ ਪੀਰ ਦਸਤਗੀਰ ਵੀ ਇਹ ਕਹਿ ਰਿਹਾ ਸੀ ਕਿ ਦੇਖੋ ਇਹ ਬਗਦਾਦ ਸ਼ਹਿਰ ਹੈ ਜੋ ਇਹ ਤੇ ਤੁਰਕਾਂ ਦਾ, ਪਠਾਣਾ ਦਾ ਇਹ ਤੇ ਗੜ੍ਹ ਹੈ ਤੁਰਕਾਂ ਦਾ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਵੀ ਤੁਰਕਾਂ ਦਾ ਗੜ੍ਹ ਲਿਖਣਾ ਕੀਤਾ ਹੈ। ਲਿਖਦੇ ਹਨ ਗੜ੍ਹ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਵਾਇਆ। ਤਾਂ ਹੁਣ ਉਹ ਕਹਿਣ ਲੱਗਿਆ ਕਿ ਇਸ ਤੁਰਕਾਂ ਦੇ ਗੜ੍ਹ ਦੇ ਨੇੜੇ ਹੋ ਕੇ ਸਾਡੀ ਆਗਿਆ ਦਾ ਉਲੰਘਣ ਕਰਨ ਵਾਲੇ ਨੂੰ ਸੰਗਸਾਰ ਦੀ ਸਜ਼ਾ ਦੇ ਕੇ ਖਤਮ ਕਰ ਦਿੱਤਾ ਜਾਵੇ। ਜੇਕਰ ਇਹਾਂ ਅਵਗਿਆ ਹੋਈ, ਜੇਕਰ ਇਸ ਅਸਥਾਨ ਤੇ ਨਿਰਾਦਰ ਹੁੰਦਾ ਹੈ, ਪੁਨ ਮਰਿਆਦ ਰੱਖੇ ਨ ਕੋਈ, ਫੇਰ ਤਾਂ ਪੀਰ ਕ੍ਰੋਧ ਦੇ ਵਿੱਚ ਆ ਕੇ ਕਹਿਣ ਲੱਗਿਆ ਕਿਸੇ ਨੇ ਇਹ ਮਰਿਆਦਾ ਨਹੀਂ ਰੱਖਣੀ, ਕਿਸੇ ਨੇ ਵੀ ਇਸਲਾਮ ਧਰਮ ਦੇ ਅਨੁਸਾਰ ਨਹੀਂ ਚੱਲਣਾ। ਦਸਤਗੀਰ ਕੀ ਆਇਸ ਪਾਏ, ਜਦ ਪੀਰ ਦਸਤਗੀਰ ਦੀ ਆਗਿਆ ਸ਼ਹਿਰ ਨਿਵਾਸੀਆਂ ਨੂੰ ਸਖਤ ਹੋ ਜਾਂਦੀ ਹੈ, ਬਾਲਕ ਬੁੱਢੇ ਤੁਰਨੇ ਧਾਏ, ਤੇ ਉਹ ਸਾਰਾ ਇਲਾਕਾ ਹੀ, ਸਾਰਾ ਦੇਸ਼ ਹੀ ਪੀਰ ਦਸਤਗੀਰ ਦਾ ਹੁਕਮ ਮੰਨਦਾ ਸੀ, ਕਿਉਂਕਿ ਇਸ ਦੇ ਮੁਰੀਦ ਬਣੇ ਹੋਏ ਸਨ ਤੇ ਇਸ ਦੇ ਵਿੱਚ ਜੋ ਕਰਾਮਾਤਾਂ ਸ਼ਕਤੀਆਂ ਸਨ ਨਾ, ਇਹ ਵੀ ਬਹੁਤੀਆਂ ਪਾਈਆਂ ਜਾਂਦੀਆਂ ਸਨ। ਇੱਥੋਂ ਦਾ ਰਾਜਾ ਵੀ ਹੁਕਮ ਮੰਨਦਾ ਸੀ, ਪ੍ਰਜਾ ਨੇ ਤੇ ਮੰਨਣਾ ਹੀ ਮੰਨਣਾ ਸੀ। ਤੇ ਜਦ ਸ਼ਹਿਰ ਨਿਵਾਸੀਆਂ ਨੂੰ ਇਸ ਸਖਤ ਹੁਕਮ ਦਾ ਪਤਾ ਚੱਲਦਾ ਹੈ, ਇੱਕ ਇੱਕ ਪਾਹਨ ਸਭ ਕਰ ਲੀਨਾ, ਸਾਰੇ ਨਗਰ ਨਿਵਾਸੀ ਇਕੱਠੇ ਹੋ ਜਾਂਦੇ ਹਨ। ਸਭਨਾਂ ਨੇ ਆਪਣੇ ਹੱਥ ਦੇ ਵਿੱਚ ਇੱਕ ਇੱਕ ਪੱਥਰ, ਸਖਤ ਪੱਥਰ ਉਠਾ ਲਿਆ ਹੈ। ਚਲਨ ਲਗੇ ਬੜ ਰੋਰਾ ਕੀਨਾ, ਜਦ ਤੁਰਨ ਲੱਗੇ ਹਨ ਪਹਿਲੇ ਤੇ ਉਸ ਪੀਰ ਦੇ ਪਾਸ ਇਕੱਠੇ ਹੋਏ ਸਾਰੇ, ਉਤੋਂ ਇਕੱਠੇ ਹੋ ਕੇ
ਹੁਣ ਗੁਰੂ ਬਾਬਾ ਜੀਆਂ ਦੇ ਵੱਲ ਚੱਲ ਪੈਂਦੇ ਹਨ। ਸ੍ਰੀ ਨਾਨਕ ਸੁਨ ਕਹਤੇ ਕਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਜਦ ਇਹਨਾਂ ਦਾ ਰੌਲਾ ਗੌਲਾ ਸੁਣਨਾ ਕੀਤਾ, ਉੱਚੀ ਦੀਨੀ ਬਾਂਗ ਵਿਸਾਲਾ। ਜਦ ਇਹ ਚੱਲ ਪੈਂਦੇ ਹਨ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਦੂਰ ਤੋਂ ਹੀ ਦਿਖਾਈ ਦਿੱਤੇ। ਇੱਧਰ ਸਤਿਗੁਰਾਂ ਨੂੰ ਦੇਖ ਲੈਂਦੇ ਹਨ ਦੂਰ ਤੋਂ ਹੀ ਕਿ ਉਹ ਬੈਠੇ ਹਨ ਫਕੀਰ। ਉਧਰੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦਾ ਇਕੱਠ ਵੱਠ ਦੇਖ ਲੈਂਦੇ ਹਨ। ਜਾਣੀ ਜਾਣ ਪਾਤਸ਼ਾਹ ਸਭ ਕੁਝ ਜਾਣਦੇ ਹਨ। ਨਿਰੰਕਾਰ ਸਤਿ ਸ੍ਰੀ ਅਕਾਲਾ। ਨਿਰੰਕਾਰ ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਕੀਤੇ ਗੁਰਵਰ ਏਕੰਕਾਰ ਕਿਰਪਾਲਾ। ਤੇ ਉਸ ਟਾਈਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਇੱਕ ਬਾਂਗ ਐਸੀ ਦਿੱਤੀ ਜੋ ਮੁਸਲਮਾਨੀ ਧਰਮ ਦੇ ਅਨੁਸਾਰ ਨਹੀਂ ਸੀ, ਪਰ ਜਿਸ ਤਰ੍ਹਾਂ ਮੁਸਲਮਾਨ ਵੀਰ ਇਹ ਬਾਂਗ ਦਿਆ ਕਰਦੇ ਹਨ ਨਾ, ਤੇ ਉਸੇ ਤਰ੍ਹਾਂ ਲੰਮੀ ਹੇਕ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਨੇ ਐਸੀ ਬਾਂਗ ਦਿੱਤੀ ਜਿਨ੍ਹਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣੀਆਂ 12 ਦੇ ਵਿੱਚ ਅੰਕਿਤ ਕਰਦੇ ਹਨ। ਫਿਰ ਬਾਬਾ ਬਗਦਾਦ ਨੂੰ ਗਿਆ, ਬਾਹਰ ਜਾਏ ਕੀਆ ਅਸਥਾਨਾ। ਤੇ ਉਸ ਟਾਈਮ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਨਾਲ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਸਨ, ਸ਼ਬਦ ਪੜ੍ਹ ਰਹੇ ਸਨ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੁਆ ਜਹਾਨਾ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਨੇ ਜਿਹੜੀ ਬਾਂਗ ਦਿੱਤੀ ਉਹ ਇਹ ਸੀ ਕਿ ਗੁਰ ਬਰ ਅਕਾਲ ਸਤਿ ਸ਼੍ਰੀ ਅਕਾਲ। ਇਹ ਬਾਂਗ ਭਾਵੇਂ ਮੁਸਲਮਾਨੀ ਧਰਮ ਦੀ ਮੁਸਲਮਾਨੀ ਵੀਰ ਜਿਵੇਂ ਬਾਂਗ ਦਿੰਦੇ ਆ ਨਾ, ਲੰਮੀ ਹੇਕ ਦੇ ਨਾਲ ਸਤਿਗੁਰਾਂ ਨੇ ਬੋਲਣਾ ਕੀਤੇ, ਪਰ ਮੁਸਲਮਾਨੀ ਧਰਮ ਦੇ ਅਨੁਸਾਰ ਨਹੀਂ ਸੀ। ਸਤਿਗੁਰਾਂ ਦੇ ਬਚਨ ਸੀ ਗੁਰ ਬਰ ਅਕਾਲ ਸਤਿ ਸ਼੍ਰੀ ਅਕਾਲ, ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਇਸ ਤਰ੍ਹਾਂ ਦਾ ਆਵਾਜ਼ਾ ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਵਿੱਚ ਦੇਣਾ ਕੀਤਾ। ਸੁਣ ਕਰ ਬਾਂਗ ਸਰਬ ਨਰ ਨਾਰੀ। ਜਦ ਇਸ ਤਰ੍ਹਾਂ ਦੇ ਵਚਨ ਉੱਚੀ ਆਵਾਜ਼ ਦੇ ਵਿੱਚ ਕਹੇ ਹੋਏ ਬਗਦਾਦ ਸ਼ਹਿਰ ਦੇ ਲੋਕਾਂ ਨੇ ਸੁਣਨਾ ਕੀਤੇ। ਸੁਨ ਮਨ ਹੋਏ ਇੱਕ ਵਾਰੀ। ਸੁਨ ਮਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਉਸੇ ਟਾਈਮ ਸਾਰੀ ਨਗਰੀ ਸੁੰਨ ਮੁੰਨ ਹੋ ਜਾਂਦੀ ਹੈ। ਜਬੇ ਬਿਲੋਕੀ ਅਜਮਦ ਪੀਨਾ। ਤੇ ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜਾਂ ਦੀ ਵੱਡੀ ਸ਼ਕਤੀ ਇਹ ਬਗਦਾਦ ਸ਼ਹਿਰ ਦੇ ਲੋਕਾਂ ਨੇ ਦੇਖੀ ਕਿ ਇੱਕੋ ਹੀ ਬੋਲਾ, ਇੱਕੋ ਹੀ ਆਵਾਜ਼ ਆਪਣੇ ਮੁਖ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਕੀਤੀ, ਸਾਰੇ ਦੇ ਸਾਰੇ ਸੁੰਨ ਮੁੰਨ ਹੋ ਜਾਂਦੇ ਹਨ। ਸਭ ਦੇ ਉੱਪਰ ਐਸਾ ਅਸਰ ਪੈਂਦਾ ਹੈ। ਆਪੇ ਪੀਰ ਪਿਆਨੋ ਕੀਨਾ। ਤਾਂ ਜਦ ਪੀਰ ਨੂੰ ਪਤਾ ਚੱਲਿਆ ਕਿ ਉਸ ਫਕੀਰ ਦੇ ਵਿੱਚ ਵੀ ਬਹੁਤ ਕਰਾਮਾਤ ਸ਼ਕਤੀ ਪਾਈ ਜਾਂਦੀ ਹੈ, ਇੱਕੋ ਆਪਣਾ ਬੋਲਾ ਬੋਲ ਕੇ ਗੁਰ ਬਰ ਅਕਾਲ ਸਤਿ ਸ਼੍ਰੀ ਅਕਾਲ, ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਇਹ ਕੁਛ ਬੋਲੇ ਤੇ ਸਾਰੀ ਨਗਰੀ ਸੁੰਨ ਮੁੰਨ ਕਰ ਦਿੱਤੀ ਹੈ। ਇਹ ਵੀ ਨਗਰੀ ਦੇ ਲੋਕ ਜੜਤ ਹੋ ਚੁੱਕੇ ਹਨ, ਅੱਗੇ ਵਧਣ ਦੀ ਕੋਈ ਇਹਨਾਂ ਦੀ ਤਾਕਤ, ਕੋਈ ਸ਼ਕਤੀ ਨਹੀਂ ਰਹੀ ਹੈ। ਮਾਨਵ ਬ੍ਰਿੰਦ ਲਿਏ ਨਿਜ ਸੰਗਾ। ਜਦ ਪੀਰ ਨੇ ਜਾਣ ਲਿਆ ਤੇ ਆਪਣੇ ਨਾਲ ਦੇ ਬਹੁਤ ਸਾਰੇ ਆਦਮੀਆਂ ਨੂੰ ਲੈ ਕੇ ਉਹ ਆਪ ਹੁਣ ਚੱਲ ਪੈਂਦਾ ਹੈ। ਜੀਤਨ ਆਇਓ ਹਿਰਦੈ ਉਮੰਗਾ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਜਿੱਤਣ ਦੇ ਵਾਸਤੇ ਬੜੇ ਕ੍ਰੋਧ ਦੇ ਵਿੱਚ ਆਇਆ ਹੈ ਕਿ ਇਹ ਫਕੀਰ ਵੀ ਕੁਛ ਕਰਾਮਾਤ ਸ਼ਕਤੀ ਰੱਖਦਾ ਹੈ, ਪਰ ਮੈਂ ਹੁਣ ਖੁਦ ਚੱਲ ਕੇ ਜਾਣਾ ਹਾਂ ਤੇ ਆਪਣਾ ਆਪ ਦਿਖਾਵਾਂਗਾ ਕਿ ਸ਼ਕਤੀ ਕੀ ਚੀਜ਼ ਹੁੰਦੀ ਹੈ। ਨਿਜ ਅਜਮਤ ਜੜਤਾ ਸਭ ਕੇਰੀ। ਤਾਂ ਉਹ ਪਹੁੰਚ ਕੇ ਉਸ ਸਥਾਨ ਤੇ ਦੇਖਦਾ ਹੈ ਸਭ ਜੜਤ ਹੋਏ ਪਏ ਹਨ, ਸੁੰਨ ਮੁੰਨ ਹੋਏ ਪਏ ਹਨ, ਤੇ ਉਸ ਸਥਾਨ ਤੇ ਆਪਣੀ ਕਰਾਮਾਤ ਦੇ ਨਾਲ ਇਹਨਾਂ ਦੀ ਜੜਤਾ ਦੂਰ ਕਰ ਦਿੰਦਾ ਹੈ। ਦਸਤਗੀਰ ਹਰ ਦੀ ਬਿਨ ਦੇਰੀ। ਤੇ ਉੱਥੇ ਪਹੁੰਚਣ ਸਾਰ ਉਹਨਾਂ ਦੇ ਪਾਸ ਇਹਨਾਂ ਦੀ ਜੜਤਾ ਇਹ ਪੀਰ ਦਸਤਗੀਰ ਨੇ ਇੱਕ ਵਾਰ ਤੇ ਦੂਰ ਕਰ ਦਿੱਤੀ। ਗਰਭ ਚਲਾ ਜੇ ਸੁਮਤ ਨਿਕੇਤੋ। ਫਿਰ ਹੋਰ ਵੀ ਕ੍ਰੋਧਵਾਨ ਹੋ ਕੇ ਸਭ ਨੂੰ ਆਪਣੇ ਨਾਲ ਲੈ ਕੇ
ਸਤਿਗੁਰਾਂ ਦੇ ਨੇੜੇ ਚੱਲਿਆ ਹੈ। ਭਾਨ ਤੇਜ ਹਰ ਚਹਿ ਖਦਉ ਤੋ। ਤਾਂ ਇਹ ਇਸ ਤਰ੍ਹਾਂ ਦਾ ਮਾਣ ਸੀ, ਹੰਕਾਰ ਸੀ ਇਸ ਦੇ ਮਨ ਦੇ ਵਿੱਚ। ਜਿਸ ਤਰ੍ਹਾਂ ਕਹਿਣ ਲੱਗੇ ਇੱਕ ਟਟਿਆਣਾ ਇੱਕ ਜੁਗਨੂ ਉਹ ਸੂਰਜ ਦੇ ਸਾਹਮਣੇ ਆਪਣਾ ਪ੍ਰਕਾਸ਼ ਦਿਖਾਵੇ ਕਿ ਮੈਂ ਆਪਣੇ ਪ੍ਰਕਾਸ਼ ਦੇ ਨਾਲ ਸੂਰਜ ਦੇ ਪ੍ਰਕਾਸ਼ ਨੂੰ ਮਾਤ ਪਾ ਦੇਵਾਂਗਾ, ਖਤਮ ਕਰ ਦੇਵਾਂਗਾ। ਤੇ ਇਸੇ ਤਰ੍ਹਾਂ ਦਾ ਹੰਕਾਰ ਪੀਰ ਦਸਤਗੀਰ ਦੇ ਮਨ ਦੇ ਵਿੱਚ ਸੀ ਕਿ ਮੈਂ ਆਪਣੀ ਸ਼ਕਤੀ ਦੇ ਨਾਲ ਗੁਰੂ ਨਾਨਕ ਜੀਆਂ ਦੀ ਸ਼ਕਤੀ ਨੂੰ ਮਾਤ ਪਾ ਦਿਆਂਗਾ, ਖਤਮ ਕਰ ਦਿਆਂਗਾ। ਸਭ ਇੱਕ ਵਾਰ ਚਾਹੇ ਚੌਫੇਰਾ। ਤੇ ਜਦ ਸਾਰੇ ਪੀਰ ਦਸਤਗੀਰ ਦੇ ਨਾਲ ਇੱਕੋ ਵਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚੌਫੇਰੇ ਹੋ ਕੇ ਚਾਰੇ ਪਾਸੇ ਤੋਂ ਘੇਰ ਲੈਂਦੇ ਹਨ। ਇਹ ਮਾਰਨ ਕੀਏ ਭੁਜਾ ਉਚੇਰੇ। ਤੇ ਪੀਰ ਨੇ ਪਹਿਲਾਂ ਹੀ ਸਮਝਾਇਆ ਸੀ ਜਦ ਮੈਂ ਇਸ਼ਾਰਾ ਕਰਾਂਗਾ ਤੇ ਸਭ ਨੇ ਪੱਥਰ ਮਾਰ ਮਾਰ ਕੇ ਉਸ ਫਕੀਰ ਨੂੰ ਖਤਮ ਕਰ ਦੇਣਾ ਹੈ। ਇੱਕ ਇੱਕ ਪਾਨ ਸਭ ਕਰਮਾਹੀ। ਇੱਕ ਇੱਕ ਪੱਥਰ ਸਭਨਾਂ ਦੇ ਹੱਥ ਦੇ ਵਿੱਚ ਪਕੜਿਆ ਹੋਇਆ ਸੀ। ਅਨ ਗਨ ਮਾਨਵ ਗਿਣਤੀ ਨਾਹੀ। ਬੇਅੰਤ ਅਣਗਿਣਤ ਹੀ ਲੋਕ ਉਸੇ ਸਥਾਨ ਤੇ ਇਕੱਠੇ ਹੋਏ ਸੀ। ਕਵੀ ਜੀ ਕਹਿੰਦੇ ਕੋਈ ਗਿਣਤੀ ਨਹੀਂ ਕੀਤੀ ਜਾਂਦੀ ਸੀ। ਜਬ ਮਨ ਵਿਖੈ ਚੈਤ ਸਭ ਮਾਰਾ। ਜਦ ਦਸਤਗੀਰ ਨੇ ਇਸ਼ਾਰਾ ਕੀਤਾ ਸਾਰੇ ਇੱਕਦਮ ਇਹ ਪੱਥਰ ਆਪਣੀਆਂ ਬਾਹਾਂ ਦੇ ਹੱਥਾਂ ਦੇ ਉੱਪਰ ਉਠਾ ਕੇ ਬਾਹਾਂ ਉੱਚੀਆਂ ਕਰਦੇ ਹਨ ਮਾਰਨ ਦੇ ਵਾਸਤੇ। ਤੇ ਛਨ ਸ੍ਰੀ ਪ੍ਰਭ ਕੀਨ ਅਹੰਕਾਰਾ। ਤਾਂ ਉਸ ਟਾਈਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਤੇ ਛਨ ਸ੍ਰੀ ਪ੍ਰਭ ਕੀਨ ਹੰਕਾਰਾ ਆਪਣੀ ਰਸਨਾ ਤੋਂ ਹੰਕਾਰਾ ਕੀਤਾ, ਹੋਂ ਦੀ ਆਵਾਜ਼ ਦਿੱਤੀ। ਬਸ ਇੱਕ ਹੰਕਾਰਾ ਕਰਨ ਦੀ ਹੀ ਢੇਰ ਸੀ ਕਿ ਜਦ ਸਤਿਗੁਰਾਂ ਨੇ ਐਸਾ ਕੀਤਾ ਤੇ ਇੰਨਾ ਹੀ ਬਚਨ ਬੋਲਣ ਦੀ ਢੇਰ ਸੀ, ਹੰਕਾਰਾ ਹੀ ਮਾਰਨ ਦੀ ਢੇਰ ਸੀ ਕਿ ਜਿੰਨੇ ਪੀਰ ਦੇ ਮੁਰੀਦ ਅਤੇ ਸ਼ਹਿਰ ਵਾਸੀ ਇਕੱਠੇ ਹੋਏ ਸਨ ਨਾ ਪੱਥਰ ਮਾਰਨ ਦੇ ਵਾਸਤੇ, ਸਾਰੇ ਦੇ ਸਾਰੇ ਉੱਥੇ ਫਿਰ ਜੜਤ ਹੋ ਜਾਂਦੇ ਹਨ, ਇੱਕ ਪੱਥਰ ਦੇ ਸਮਾਨ ਖੜ ਜਾਂਦੇ ਹਨ। ਠਾਂਡੀ ਰਹੀ ਉਚੇਰੀ ਬਾਹੇ। ਜਿਸ ਤਰ੍ਹਾਂ ਕੋਈ ਪੱਥਰ ਦੇ ਬੁੱਤ ਬਣਾ ਕੇ ਖੜਾਏ ਜਾਣ, ਇਹ ਸਾਰੇ ਇਸ ਤਰ੍ਹਾਂ ਖੜੇ ਹਨ। ਗੁਰੂ ਬਾਬਾ ਜੀਆਂ ਦੇ ਉੱਪਰ ਪੱਥਰ ਬਰਸਾਉਣ ਦੇ ਵਾਸਤੇ ਹੱਥ ਦੇ ਵਿੱਚ ਪੱਥਰ ਹਨ, ਬਾਹਾਂ ਉਸਾਰੀਆਂ ਹੋਈਆਂ ਸਨ, ਉੱਪਰ ਨੂੰ ਕੀਤੀਆਂ ਸਨ ਮਾਰਨ ਦੇ ਵਾਸਤੇ, ਬਾਹਾਂ ਉੱਥੇ ਹੀ ਜੜਤ ਹੋ ਜਾਂਦੀਆਂ ਹਨ, ਇੱਕ ਪੱਥਰ ਦੇ ਬੁੱਤਾਂ ਦੇ ਸਮਾਨ ਹੋ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਇੱਕੋ ਹੀ ਹੰਕਾਰਾ ਹੋਂ ਦੀ ਆਵਾਜ਼ ਆਪਣੀ ਰਸਨਾ ਤੋਂ ਕੀਤੀ। ਉਤਰੇ ਤਰਨਾ ਉਤਾਰਿਓ ਚਾਹੇ। ਤੇ ਹੁਣ ਆਪਣੇ ਆਪ ਦੇ ਵਿੱਚ ਇਹ ਸਭ ਕੁਝ ਦੇਖਦੇ ਰਹੇ ਹਨ, ਦੇਖ ਵੀ ਰਹੇ ਹਨ, ਸੁਣ ਵੀ ਰਹੇ ਹਨ, ਪਰ ਐਸੇ ਜੜਤ ਹੋ ਗਏ ਕਿ ਇਹਨਾਂ ਦੀਆਂ ਬਾਹਾਂ ਉੱਪਰ ਉਸਾਰੀਆਂ ਹੋਈਆਂ ਥੱਲੇ ਨਹੀਂ ਹੋ ਰਹੀਆਂ ਹਨ, ਪੱਥਰਾਂ ਦੇ ਸਮਾਨ ਇੱਕੋ ਜਗ੍ਹਾ ਤੇ ਖੜੇ ਹਨ। ਕਾਸ਼ਟ ਕੇ ਸਮਾਨ ਸੋ ਗਾਡੀ। ਕਵੀ ਜੀ ਕਹਿੰਦੇ ਹਨ ਕਿ ਇੱਕ ਕਾਸ਼ਟ ਦੇ ਸਮਾਨ, ਲੱਕੜ ਦੇ ਸਮਾਨ, ਜਿਸ ਤਰ੍ਹਾਂ ਲੱਕੜ ਦੇ ਬਣਾਏ ਹੋਣ ਤੇ ਉਸੇ ਤਰ੍ਹਾਂ ਚਾਰੇ ਪਾਸੇ ਗੁਰੂ ਬਾਬਾ ਜੀਆਂ ਦੇ ਖੜੇ ਹਨ। ਬਿਸਮ ਰਹੇ ਸਭ ਪੀਰਾ ਬਾਡੀ। ਤੇ ਜਦ ਸਾਰੇ ਦੇ ਸਾਰੇ ਇਸ ਤਰ੍ਹਾਂ ਜੜਤ ਹੋ ਜਾਂਦੇ ਹਨ ਤੇ ਬੜੇ ਹੈਰਾਨ ਹੁੰਦੇ ਹਨ, ਕਿਉਂਕਿ ਅੰਤਰੀਪ ਭਾਵ ਤੇ ਅੰਦਰ ਤੋਂ ਤੇ ਉਹੀ ਸਭ ਕੁਝ ਸੀ ਨਾ, ਸਭ ਕੁਝ ਦੇਖ ਰਹੇ ਸਨ, ਸਭ ਕੁਝ ਸੁਣ ਰਹੇ ਸਨ, ਸਮਝ ਵੀ ਰਹੇ ਸਨ, ਜਾਣ ਵੀ ਰਹੇ ਸਨ ਕਿ ਇਹ ਤੇ ਫਕੀਰ ਕੋਈ ਵੱਡੀ ਕਰਾਮਾਤ ਸ਼ਕਤੀ ਵਾਲੇ ਹਨ। ਆਪਾਂ ਤੇ ਇਸ ਸਥਾਨ ਤੇ ਗਲਤ ਹੀ ਪਹੁੰਚ ਗਏ ਹਾਂ। ਤੇ ਸਭ ਕੁਝ ਜਾਣਦੇ ਹੋਏ ਹੁਣ ਉਹ ਸੋਚਦੇ ਹਨ ਕਿ ਅਸੀਂ ਤੇ ਬੜੇ ਦੁਖੀ ਹੋ ਗਏ, ਹੁਣ ਸਾਡੀ ਜੜਤਾ ਪਤਾ ਨਹੀਂ ਪੀਰ ਜੀ ਦੂਰ ਕਰਨਗੇ ਜਾਂ ਨਹੀਂ ਕਰ ਸਕਣਗੇ। ਦਸਤਗੀਰ ਆਪਣੀ ਤੈ ਕਾਲਾ। ਤੇ ਉਸੇ ਟਾਈਮ ਦਸਤਗੀਰ ਪੀਰ ਇਹ ਦੇਖ ਕੇ ਇਹ ਫਿਰ ਮਨ ਦੇ ਵਿੱਚ ਸੋਚਦਾ ਹੈ ਕਿ ਇਹ ਫਕੀਰ ਆਪਣੀਆਂ ਸ਼ਕਤੀਆਂ ਲਾ ਰਹੇ ਹਨ, ਪਰ ਮੇਰੀ ਸ਼ਕਤੀ ਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਹੈ। ਕਰਾਮਾਤ ਕਰ ਰਿਓ ਵਿਸਾਲਾ। ਤਾਂ ਇਹ ਮਨ ਦੇ ਵਿੱਚ ਸੋਚ ਕੇ ਭਾਵੇਂ ਉਸ ਟਾਈਮ ਇਹ ਤੇ ਖੁਸ਼ੀ ਦੇ ਨਾਲ ਹੀ ਆਪਣੀ ਕਰਾਮਾਤ ਲਾ ਰਿਹਾ ਸੀ ਕਿ ਇਹਨਾਂ ਨੂੰ ਪਤਾ ਨਹੀਂ ਹੈ ਮੇਰੀ ਕਰਾਮਾਤ ਦਾ, ਸ਼ਕਤੀ ਦਾ, ਇਹ ਮੈਨੂੰ ਆਪਣੀਆਂ ਸ਼ਕਤੀਆਂ ਦਿਖਾ ਰਹੇ ਹਨ, ਸਭ ਨੂੰ ਜੜਤ ਕੀਤਾ ਹੋਇਆ ਹੈ। ਤਾਂ ਪੀਰ ਦਸਤਗੀਰ ਨੇ ਆਪਣੀ ਸ਼ਕਤੀ ਲਾਉਣੀ ਸ਼ੁਰੂ ਕੀਤੀ। ਕਛੂ ਨਾ ਲਗੀ ਰਿਓ ਪਚਹਾਰੀ। ਤੇ ਬਾਰ-ਬਾਰ ਆਪਣੀ ਸ਼ਕਤੀ, ਆਪਣੀ ਕਰਾਮਾਤ ਨੂੰ ਵਰਤ ਕੇ ਰਿਹਾ।
ਬਾਰ-ਬਾਰ ਕਰਾਮਾਤ ਦੇ ਬਲ ਦੇ ਨਾਲ ਇਹਨਾਂ ਦੀ ਜੜਤਾ ਦੂਰ ਕਰਨੀ ਚਾਹੁੰਦਾ ਸੀ, ਪਰ ਬਹੁਤ ਸਾਰਾ ਮੱਥਾ ਮਾਰਨ ਤੋਂ ਬਾਅਦ ਵੀ ਇਹਨਾਂ ਦੀ ਜੜਤਾ ਕਿਸੇ ਵੀ ਤਰ੍ਹਾਂ ਉਹ ਪੀਰ ਦੂਰ ਨਹੀਂ ਕਰ ਸਕਿਆ। ਮਨ ਜਾਣੇ ਆਪਣੇ ਤੇ ਭਾਰੀ, ਜਦ ਬਾਰ-ਬਾਰ ਆਪਣੀ ਕਰਾਮਾਤ ਸ਼ਕਤੀ ਦਾ ਬਲ ਲਾਉਂਦਾ ਹੈ, ਕੋਈ ਇੱਕ ਰੱਤੀ ਭਰ ਵੀ ਇਹਨਾਂ ਦੇ ਉੱਪਰ ਅਸਰ ਨਹੀਂ ਹੁੰਦਾ। ਜਿਵੇਂ ਪਹਿਲਾਂ ਸਭਨਾਂ ਦੀ ਜੜਤਾ ਇਹਨੇ ਸੁੰਨਤਾ ਦੂਰ ਕਰ ਦਿੱਤੀ ਸੀ, ਤੇ ਇਸੇ ਤਰ੍ਹਾਂ ਹੁਣ ਸੋਚਦਾ ਹੈ, ਬਾਰ-ਬਾਰ ਆਪਣੀ ਕਰਾਮਾਤ ਸ਼ਕਤੀ ਦਾ ਬਲ ਲਾਉਂਦਾ ਹੈ, ਪਰ ਕਿਸੇ ਇੱਕ ਮਨੁੱਖ ਦੀ ਵੀ ਜੜਤਾ ਦੂਰ ਨਹੀਂ ਕਰ ਸਕਿਆ। ਜੋ ਉਡ ਅਲਪ ਸੋ ਕਰੇ ਮਜੀਜਾ। ਤਾਂ ਇਹ ਤੇ ਕਹਿਣ ਲੱਗੇ ਇਸ ਤਰ੍ਹਾਂ ਦਾ ਇਸ ਦਾ ਮਾਣ ਸੀ, ਹੰਕਾਰ ਸੀ, ਕਿ ਜਿਸ ਤਰ੍ਹਾਂ ਇੱਕ ਆਕਾਸ਼ ਦੇ ਵਿੱਚ ਇੱਕ ਉੱਡ ਕਹੀਏ ਤਾਰਾ, ਇੱਕ ਤਾਰਾ ਸੂਰਜ ਦੇ ਪ੍ਰਕਾਸ਼ ਅੱਗੇ ਆਪਣਾ ਮਾਣ ਕਰਦਾ ਹੋਵੇ। ਸਵਿਤਾ ਕੋ ਦਬਾਏ ਦਿਉ ਤੇਜਾ। ਇੱਕ ਤਾਰਾ ਮਨ ਦੇ ਵਿੱਚ ਸੋਚਦਾ ਹੋਏ ਕਿ ਮੈਂ ਸੂਰਜ ਦੇ ਪ੍ਰਕਾਸ਼ ਨੂੰ ਮੱਧਮ ਪਾ ਦੇਵਾਂਗਾ। ਤਨਕ ਬਗੂਰਾ ਉਰ ਗਰਬਾਇਓ। ਜਾਂ ਕਵੀ ਜੀ ਦੂਸਰੀ ਉਦਾਹਰਣ ਦਿੰਦੇ ਹਨ ਕਿ ਇੱਕ ਛੋਟਾ ਜਿਹਾ ਬਾਬ ਰੋਲਾ ਉਹ ਬੜੀ ਤੇਜ਼ ਤੂਫਾਨ, ਤੇਜ਼ ਅੰਧੇਰੀ ਦੇ ਸਾਹਮਣੇ ਹੰਕਾਰ ਕਰੇ। ਸਬਲ ਅੰਧੇਰੀ ਸਨਮੁਖ ਜਾਇਓ। ਤਾਂ ਕਵੀ ਜੀ ਕਹਿੰਦੇ ਕਿ ਛੋਟਾ ਜਿਹਾ ਬਾਬ ਰੋਲਾ ਉਹ ਬੜੀ ਤੇਜ਼ ਅੰਧੇਰੀ, ਬੜੇ ਤੂਫਾਨ ਦੇ ਅੱਗੇ ਮਾਣ ਕਰੇ ਕਿ ਇਹ ਮੇਰੇ ਅੱਗੇ ਕੀ ਹੈ, ਮੈਂ ਤੇ ਇਸ ਨੂੰ ਅੱਗੇ ਹੋ ਕੇ ਰੋਕ ਕੇ ਵਾਪਸ ਮੋੜ ਦੇਵਾਂਗਾ। ਤਿਉ ਕਰ ਗੁਨਹ ਨਾ ਜੀਤਿਓ ਜਾਈ। ਤੇ ਇਸੇ ਤਰ੍ਹਾਂ ਪੀਰ ਦਸਤਗੀਰ ਆਪਣੀ ਸ਼ਕਤੀ ਕਰਾਮਾਤ ਦਾ ਮਾਣ ਰੱਖਦਾ ਸੀ ਕਿ ਗੁਰੂ ਨਾਨਕ ਜੀ ਮੇਰੇ ਅੱਗੇ ਕੀ ਹਨ, ਇਹ ਫਕੀਰ ਮੇਰੇ ਅੱਗੇ ਕੀ ਹਨ, ਮੈਂ ਤੇ ਆਪਣੀ ਕਰਾਮਾਤ ਤੇ ਆਪਣੀ ਸ਼ਕਤੀ ਦੇ ਨਾਲ ਇਹਨਾਂ ਦੀਆਂ ਸ਼ਕਤੀਆਂ ਖਤਮ ਕਰ ਦੇਵਾਂਗਾ। ਅਬ ਬੋਲਨ ਮੈਂ ਦੇਵ ਹਰਾਈ। ਤੇ ਜਦ ਪੀਰ ਨੇ ਇਸ ਤਰ੍ਹਾਂ ਦੇਖ ਲਿਆ ਕਿ ਇਹਨਾਂ ਦੀ ਸ਼ਕਤੀ ਦੇ ਅੱਗੇ ਮੇਰੀ ਸ਼ਕਤੀ ਤੇ ਰੱਤੀ ਭਰ ਵੀ ਨਹੀਂ ਹੈ, ਕੁਝ ਵੀ ਕੰਮ ਨਹੀਂ ਕਰ ਸਕੇਗੀ। ਪੀਰ ਨੇ ਜਾਣ ਲਿਆ ਕਿ ਜਿਸ ਫਕੀਰ ਨੂੰ ਮੈਂ ਆਮ ਫਕੀਰ ਸਮਝ ਕੇ ਸੰਗਸਾਰ ਦੀ ਸਜ਼ਾ ਦੇਣ ਦੇ ਵਾਸਤੇ ਲੋਕਾਂ ਨੂੰ ਪ੍ਰੇਰ ਦਿੱਤਾ ਸੀ ਨਾ, ਇਹ ਕੋਈ ਆਮ ਫਕੀਰ ਨਹੀਂ ਹੈ, ਇਹ ਤੇ ਕੋਈ ਬਹੁਤ ਵੱਡੀ ਤਾਕਤ ਪਾਵਰ ਨੂੰ ਰੱਖਣ ਵਾਲੇ ਫਕੀਰ ਹਨ। ਅਸ ਵਿਚਾਰ ਕਹਿ ਗਇਓ ਸਮੀਪਾ। ਫਿਰ ਇਹਨੇ ਵਿਚਾਰ ਕੀਤੀ ਕਿ ਇਹ ਫਕੀਰ ਸ਼ਕਤੀ ਦੇ ਨਾਲ ਮੇਰੇ ਤੋਂ ਕਿਵੇਂ ਵੀ ਜਿੱਤੇ ਨਹੀਂ ਜਾ ਸਕਦੇ, ਕਿਉਂਕਿ ਇਹਦੀ ਸ਼ਕਤੀ ਇਸਨੇ ਦੇਖ ਲਿਆ ਕਿ ਇੱਥੇ ਹਾਰ ਗਈ ਆ, ਖਤਮ ਹੋ ਗਈ ਹੈ ਇੱਥੇ ਇਹਦੀ ਪਾਵਰ ਤੇ। ਫਿਰ ਇਹਨੇ ਦੇਖਿਆ ਕਿ ਸ਼ਕਤੀ ਦੇ ਨਾਲ ਤੇ ਇਹਨਾਂ ਨੂੰ ਜਿੱਤ ਨਹੀਂ ਸਕਦਾ, ਪਰ ਹੁਣ ਮੈਂ ਆਪਣੇ ਗਿਆਨ ਦੇ ਨਾਲ, ਆਪਣੀ ਸਮਝ ਦੇ ਨਾਲ ਇਹੋ ਜਿਹੇ ਸਵਾਲ ਜਵਾਬ ਇਹਨਾਂ ਦੇ ਪਾਸ ਕਰਾਂਗਾ ਕਿ ਇਹਨਾਂ ਨੂੰ ਮੇਰੇ ਅੱਗੇ ਨਿਮਣਾ ਪੈ ਜਾਏਗਾ, ਮੇਰੇ ਸਵਾਲਾਂ ਦਾ ਜਵਾਬ ਹੀ ਨਹੀਂ ਆਵੇਗਾ। ਉਹ ਵੀ ਮਾਣ ਸੀ ਨਾ ਇਹਦੇ ਹਿਰਦੇ ਦੇ ਵਿੱਚ ਵਿਦਿਆ ਦਾ ਕਿ ਮੈਂ ਬੜਾ ਕੁਝ ਜਾਣਦਾ ਹਾਂ ਔਰ ਬਹੁਤ ਕੁਛ ਦੀ ਮੈਂ ਸਮਝ ਰੱਖਣ ਵਾਲਾ ਹਾਂ, ਇਹ ਵੀ ਇਸ ਦੇ ਮਾਣ ਹਿਰਦੇ ਦੇ ਵਿੱਚ ਸੀ। ਇਹਨੇ ਸੋਚਿਆ ਜੇ ਉਸ ਤਰ੍ਹਾਂ ਨਹੀਂ ਤੇ ਮੈਂ ਇਹਨਾਂ ਦੇ ਨਾਲ ਵਾਦ ਵਿਵਾਦ ਕਰਕੇ, ਚਰਚਾ ਕਰਕੇ ਇਹਨਾਂ ਨੂੰ ਹਰਾ ਦੇਵਾਂਗਾ। ਬੈਠਿਓ ਜੈ ਬੇਦੀ ਕੁਲ ਦੀਪਾ। ਜਿਸ ਅਸਥਾਨ ਤੇ ਬੇਦੀ ਕੁਲ ਦੇ ਸ਼੍ਰੋਮਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਵਾਲੇ ਮਰਦਾਨੇ ਦੇ ਸਮੇਤ ਚੌਂਕੜਾ ਲਾ ਕੇ ਬੜੇ ਆਨੰਦ ਦੇ ਵਿੱਚ ਬੈਠੇ ਸਨ। ਕਹਿਤ ਪਇਓ ਤੂੰ ਕੁਫਰ ਅਲਾਵਾ। ਤਾਂ ਨੇੜੇ ਆ ਕੇ ਸਤਿਗੁਰਾਂ ਦੇ ਪਾਸ ਬੈਠ ਜਾਂਦਾ ਹੈ ਅਤੇ ਕਹਿੰਦਾ ਹੈ, ਫਕੀਰ ਸਾਈਂ ਤੁਸੀਂ ਇਸ ਜਗ੍ਹਾ ਬਗਦਾਦ ਪਹੁੰਚ ਕੇ ਬੜਾ ਕੁਫਰ ਤੋਲਿਆ ਹੈ, ਆਪਣੀ ਰਸਨਾ ਆਪਣੀ ਜ਼ਬਾਨ ਤੋਂ ਬੜਾ ਝੂਠ ਬੋਲਿਆ ਹੈ। ਕੋ ਹੈ ਤੂੰ ਕਹਤੇ ਚਲਾਵਾ। ਤਾਂ ਫਿਰ ਆਪਣੇ ਹੀ ਵਿਦਿਆ ਦੇ ਮਾਨ ਦੇ ਵਿੱਚ, ਹੁਣ ਸ਼ਕਤੀਆਂ ਦਾ ਮਾਨ ਤੇ ਖਤਮ ਹੋ ਗਿਆ ਸੀ ਨਾ, ਪਰ ਅਜੇ ਵਿਦਿਆ ਦਾ ਮਾਨ ਇਹਦੇ ਮਨ ਦੇ ਵਿੱਚ ਪਿਆ ਹੋਇਆ ਸੀ ਕਿ ਕਹਿਣ ਲੱਗਿਆ ਕਿ ਤੁਸੀਂ ਇੱਥੇ ਬੜਾ ਕੁਫਰ ਤੋਲਿਆ ਹੈ, ਝੂਠ ਬੋਲਿਆ ਹੈ। ਤੇ ਇਸ ਅਸਥਾਨ ਤੇ ਕਹਿਣ ਲੱਗੇ ਇਸ ਤਰ੍ਹਾਂ ਦੇ ਬੋਲਾ ਤੁਸੀਂ ਕਿਵੇਂ ਬੋਲ ਦਿੱਤਾ। ਕਰਾਮਾਤ ਕਰ ਵੱਡੀ ਦਿਖਾਈ। ਇਸ ਅਸਥਾਨ ਤੇ ਆ ਕੇ ਬਗਦਾਦ ਸ਼ਹਿਰ ਦੇ ਵਿੱਚ ਭਾਵੇਂ ਤੁਸੀਂ ਬਹੁਤ ਵੱਡੀ ਕਰਾਮਾਤ ਸ਼ਕਤੀ ਸਾਨੂੰ ਦਿਖਾ ਦਿੱਤੀ ਹੈ, ਲਖ ਪਤਾਲ ਨਭ ਖਬਰ ਸੁਣਾਈ। ਤੇ ਇੱਥੇ ਆ ਕੇ ਤੁਸੀਂ ਲੱਖਾਂ ਆਕਾਸ਼ ਅਤੇ ਲੱਖਾਂ ਪਾਤਾਲਾਂ ਦੀ ਖਬਰ ਦਿੱਤੀ ਹੈ। ਪੁਨ ਸਰੋਦ ਮਨ ਚੰਚਲ ਕਰਈ। ਫਿਰ ਜਿਹੜਾ ਮਨ ਨੂੰ ਚੰਚਲ ਕਰਨ ਵਾਲਾ ਹੈ ਸੰਗੀਤ ਰਾਗ,
ਇਹ ਤੁਸੀਂ ਇਸ ਸਥਾਨ ਤੇ ਆਰੰਭ ਕਰ ਦਿੱਤਾ। ਸੋ ਗਾਵਨ ਕੈ ਕਿਉ ਅਨਸਰੇ। ਤੁਸੀਂ ਫਿਰ ਇਸ ਸਰੋਤ ਨੂੰ ਕਿਉਂ ਗਾਉਣ ਦੇ ਅਨਸਾਰੀ ਹੋਏ ਹੋ, ਕਿਉਂ ਇਸ ਦੇ ਵਿੱਚ ਹਿੱਤ ਰੱਖਦੇ ਹੋ, ਪਿਆਰ ਰੱਖਦੇ ਹੋ। ਜਿਸ ਰਾਗ ਦੇ ਵਿੱਚ, ਜਿਸ ਸੰਗੀਤਾਂ ਦੇ ਵਿੱਚ ਮਨ ਨੂੰ ਚੰਚਲ ਕਰਨ ਦੀ ਸ਼ਕਤੀ ਹੋਵੇ, ਤੇ ਤੁਸੀਂ ਉਸ ਰਾਗ ਸੰਗੀਤ ਦੇ ਨਾਲ ਪਿਆਰ ਕਿਵੇਂ ਰੱਖਦੇ ਹੋ। ਵੇ ਮਿਰਜਾਦ ਦੋਉ ਤੈ ਕੀਨਾ। ਕਹਿਣ ਲੱਗਿਆ ਫਕੀਰ ਜੀ, ਤੁਸੀਂ ਇੱਥੇ ਆ ਕੇ ਦੋਨੇ ਗੱਲਾਂ ਬੇਮਰਜ਼ਾਦ ਕਰ ਦਿੱਤੀਆਂ, ਮਰਿਆਦਾ ਤੋਂ ਬਾਹਰ ਕਰ ਦਿੱਤੀਆਂ। ਇੱਕ ਤੇ ਲੱਖਾਂ ਆਕਾਸ਼ ਪਤਾਲ ਕਹਿ ਦਿੱਤੇ, ਜੋ ਕੁਰਾਨ ਦੇ ਵਿੱਚ ਕਿਤੇ ਵੀ ਲਿਖੇ ਨਹੀਂ ਹੋਏ ਹਨ, ਨਾ ਕਿਸੇ ਪੈਗੰਬਰਾਂ ਨੇ ਲਿਖੇ ਹਨ, ਨਾ ਦੱਸੇ ਹਨ। ਇਹ ਤੁਸੀਂ ਇਸ ਤਰ੍ਹਾਂ ਉਲਟ ਗੱਲ ਕੁਰਾਨ ਤੋਂ ਕਹਿ ਦਿੱਤੀ। ਦੂਸਰਾ, ਸਾਡੇ ਹੁਕਮ ਦੀ ਇਸ ਤਰ੍ਹਾਂ ਤੁਸੀਂ ਅਦੂਲੀ ਕੀਤੀ ਹੈ, ਹੁਕਮ ਨੂੰ ਮੰਨਣਾ ਨਹੀਂ ਕੀਤਾ, ਭੰਗ ਕੀਤਾ ਹੈ, ਰਾਗ ਆਰੰਭ ਕਰ ਦਿੱਤਾ ਹੈ। ਤੁਹਾਨੂੰ ਸਾਡਾ ਜਾਂ ਕਿਸੇ ਦਾ ਭੈ ਡਰ ਨਹੀਂ ਹੈ। ਜਾਂ ਤੇ ਹਮ ਦਰਵੇਸ਼ ਨਾ ਚੀਨਾ। ਕਹਿਣ ਲੱਗਿਆ, ਇਸ ਕਰਕੇ ਅਸੀਂ ਤੁਹਾਨੂੰ ਰੱਬ ਦੇ ਖੁਦਾ ਦੇ ਦਰਵੇਸ਼ ਨਹੀਂ ਮੰਨਦੇ। ਇਨਕੇ ਉੱਤਰ ਆਪ ਉਚਾਰੋ। ਫੇਰ ਕਹਿਣ ਲੱਗਿਆ ਕਿ ਦੇਖੋ, ਇਹ ਜੋ ਦੋ ਗੱਲਾਂ ਹਨ ਨਾ, ਇਹਨਾਂ ਦੋਨਾਂ ਗੱਲਾਂ ਦੇ ਤੁਸੀਂ ਸਾਨੂੰ ਉੱਤਰ ਦਿਓ, ਜਵਾਬ ਦਿਓ। ਨਤਰ ਦੇਸ ਤੇ ਵਹਿਰ ਸਿਦਾਰੋ। ਜੇ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ ਤੇ ਸਾਡੇ ਇਸ ਬਗਦਾਦ ਸ਼ਹਿਰ ਤੋਂ ਬਾਹਰ ਚਲੇ ਜਾਵੋ ਅਤੇ ਇਸ ਦੇਸ਼ ਤੋਂ ਵੀ ਬਾਹਰ ਹੋ ਜਾਵੋ। ਇਸ ਦੇਸ਼ ਅਤੇ ਇਸ ਸ਼ਹਿਰ ਦੇ ਵਿੱਚ ਰਹਿਣ ਦੇ ਵਾਸਤੇ ਤੁਹਾਡੇ ਲਈ ਕੋਈ ਟਿਕਾਣਾ, ਕੋਈ ਜਗ੍ਹਾ ਨਹੀਂ ਹੈ। ਗੰਜਨ ਗਰਭ ਗੁਰੂ ਗੁਣ ਖਾਨੀ। ਇਸ ਦੇ ਮਨ ਦਾ ਹੰਕਾਰ ਦੂਰ ਕਰਨ ਦੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਤਗੀਰ ਸੰਗ ਭਾਖੀ ਬਾਨੀ। ਪੀਰ ਦਸਤਗੀਰ ਨੂੰ ਬਚਨ ਕਰਨ ਲੱਗੇ ਹਨ। ਜੈ ਸਰੋਦ ਕੀ ਨਿੰਦ ਉਚਾਰੀ। ਜਿਸ ਸਰੋਤ, ਜਿਸ ਰਾਗ ਦੀ ਤੁਸੀਂ ਸਤਿਗੁਰੂ ਕਹਿਣ ਲੱਗੇ ਨਿੰਦਿਆ ਕਰਦੇ ਹੋ ਨਾ, ਕਿ ਮਨ ਨੂੰ ਚੰਚਲ ਕਰਦਾ ਹੈ। ਇਹ ਜੋ ਦੋ ਗੱਲਾਂ ਪੀਰ ਦਸਤਗੀਰ ਨੇ ਕਿਹਾ ਸੀ ਕਿ ਦੋਨੇ ਗੱਲਾਂ ਦਾ ਉੱਤਰ ਦਿਓ, ਕਿ ਕਿਵੇਂ ਲੱਖਾਂ ਤੇ ਆਕਾਸ਼ ਅਤੇ ਪਤਾਲ ਤੁਸੀਂ ਕਹਿ ਦਿੱਤੇ, ਕਿਵੇਂ ਤੁਸੀਂ ਰਾਗ ਆਰੰਭ ਕਰ ਦਿੱਤਾ, ਕੀ ਮਨ ਦੇ ਵਿੱਚ ਜਾਣਿਆ ਹੈ। ਇਹਨਾਂ ਦੋਨਾਂ ਗੱਲਾਂ ਦਾ ਉੱਤਰ ਦਿਓ, ਜਵਾਬ ਦਿਓ। ਹੁਣ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਪੀਰ ਦਸਤਗੀਰ ਦੇ ਦੋਨੇ ਸਵਾਲਾਂ ਦਾ ਜਵਾਬ ਦੇਣਾ ਹੈ ਅਤੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਲੱਖਾਂ ਹੀ ਆਕਾਸ਼ ਅਤੇ ਪਤਾਲ ਦਿਖਾ ਦੇਣੇ ਹਨ। ਪੀਰ ਦੇ ਬੇਟੇ, ਪੀਰ ਦੇ ਪੁੱਤਰ ਨੂੰ ਲਿਜਾ ਕੇ ਉਹਨਾਂ ਲੱਖਾਂ ਆਕਾਸ਼ਾਂ ਪਤਾਲਾਂ ਨੂੰ ਦਿਖਾ ਕੇ ਤਸੱਲੀ ਕਰਾਉਣੀ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਜੈ ਸਰੋਦ ਕੀ ਨਿੰਦ ਉਚਾਰੀ। ਤਹਿ ਕੀ ਰੀਤ ਸੁਨੋ ਸੁਖਕਾਰੀ। ਜੈ ਸਰੋਦ ਕੀ ਨਿੰਦ ਉਚਾਰੀ। ਤਹਿ ਕੀ ਰੀਤ ਸੁਨੋ ਸੁਖਕਾਰੀ। ਏ ਅਚੋਤਈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਏ ਸਰਬ ਮੈਂ ਦੁਖ ਭੰਜਨ ਗੁਣ।